ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਸਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਹੈ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕੱਲੂ ਜੁੱਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਧਰਮ ਸਿੰਘ ਰਘਵੀਰ ਕੌਰ ਸਲਮਾ, ਦਲਜੀਤ ਸਿੰਘ ਅਮਰਜੀਤ ਕੌਰ ਟਰਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਹੁਣ ਕੁਛ ਕੁ ਖਬਰਾਂ ਕਰਾਂਗੇ। ਦੇਸ਼ਪੁਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੀ। ਉਹਨਾਂ ਨੇ ਅੰਦੋਲਨ ਨੂੰ 2 ਤਰੀਕ ਤੱਕ ਹੋਰ ਵਧਾਇਆ। ਉਹਦੀ ਕੱਲ ਹੋਈ ਲੁਧਿਆਣੇ ਦੇ ਵਿੱਚ ਜਿਹੜੀ ਮੀਟਿੰਗ ਆ, ਉਹਦੇ ਵਿੱਚ ਕਿਸਾਨਾਂ ਨੇ ਜਿਹੜਾ ਸੰਘਰਸ਼ ਹੈ ਇਹਦੇ ਅਗਲੇ ਪੜਾਓ ਦੇ ਵਾਸਤੇ ਕੁਝ ਪ੍ਰੋਗਰਾਮ ਜਿਹੜੇ ਜੀ ਉਹ ਉਲੀਕੇ ਨੇ। ਜਿਹੜੇ ਕਿਸਾਨ ਨੇ ਉਹ ਕਿਉਂਕਿ ਇਹ 24 ਤਰੀਕ ਤੋਂ ਬੈਠੇ ਨੇ ਜਿਹੜੇ ਰੇਲਵੇ ਟਰੈਕ ਨੇ ਉਹਨਾਂ ਦੇ ਉੱਤੇ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਣਮਿੱਥੇ ਸਮੇਂ ਲਈ ਹੋ ਸਕਦਾ ਜਿਹੜਾ ਇਹ ਟ੍ਰੇਨ ਰੋਕੋ ਅੰਦੋਲਨ ਹੈ, ਪਰ ਹੁਣ ਇਹਨਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਫੈਸਲਾ ਇਹ ਲਿਆ ਕਿ 2 ਅਕਤੂਬਰ ਤੱਕ ਇਹ ਹੋਊਗਾ। ਉਸ ਤੋਂ ਅਗਲਾ ਜਿਹੜਾ ਐਲਾਨ ਹੈ ਉਹ ਕਿਸਾਨ ਜਥੇਬੰਦੀਆਂ ਅਗਲੇ ਐਲਾਨ ਦੇ ਵਿੱਚ ਜਿਹੜਾ ਜੀ ਉਹ ਦੱਸਣਗੀਆਂ। ਜਿਹੜੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਦੇ ਵੱਲੋਂ ਜਿਹੜੀਆਂ 31 ਕਿਸਾਨ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਸਰਬਸੰਮਤੀ ਦੇ ਨਾਲ 2 ਅਕਤੂਬਰ ਤੱਕ ਪੰਜਾਬ ਦੇ ਵਿੱਚ ਰੇਲ ਦਾ ਚੱਕਾ ਜਾਮ ਕਰਨ ਦਾ ਜਿਹੜਾ ਜੀ ਉਹ ਐਲਾਨ ਕੀਤਾ। ਆਉਂਦੇ ਦਿਨਾਂ ਦੇ ਦੌਰਾਨ ਰਾਜ ਤੇ ਕੇਂਦਰ ਸਰਕਾਰ ਦੀ ਜਿਹੜੀ ਸਥਿਤੀ ਆ ਉਹ ਇਸ ਮਾਮਲੇ ਦੇ ਉੱਤੇ ਪੇਚੀਦਾ ਹੋਣ ਦੇ ਜਿਹੜੇ ਜੀ ਉਹ ਆਸਾਰ ਨੇ, ਕਿਉਂਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਟ੍ਰੇਨ ਟਰੈਕ ਖਾਲੀ ਕਰਵਾਉਣ ਦੇ ਵਾਸਤੇ ਰਾਜ ਸਰਕਾਰ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ ਆ ਉਹ ਬਣਾ ਸਕਦੀ ਹੈ। ਰਾਜ ਸਰਕਾਰ ਇਸ ਮਸਲੇ ਦੇ ਉੱਤੇ ਕੀ ਫੈਸਲਾ ਲਊਗੀ ਇਹ ਨਹੀਂ ਪਤਾ, ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਅਹਿਮ ਫੈਸਲਾ ਇਹਦੇ ਵਿੱਚ ਹੋਰ ਕੀਤਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਜੀ ਸੰਘਰਸ਼ ਦੇ ਵਿੱਚ ਰਾਜਨੀਤਿਕ ਆਗੂਆਂ ਨੂੰ ਬੋਲਣ ਨਹੀਂ ਦਿੱਤਾ ਜਾਊਗਾ। ਕਿ ਆਖਿਆ ਗਿਆ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਡਰਾਮਾ ਕਰ ਰਹੀਆਂ ਨੇ। ਇਹਨਾਂ ਆਗੂਆਂ ਨੇ ਇਹ ਗੱਲ ਕਹੀ ਕਿ ਜੇ ਇਹ ਰਾਜਨੀਤਿਕ ਪਾਰਟੀਆਂ ਸੁਹਿਰਦ ਹੁੰਦੀਆਂ ਤੇ ਇਹ ਬਿੱਲਾਂ ਤੱਕ ਮਾਮਲਾ ਪਹੁੰਚ ਕਿਵੇਂ ਜਿਹੜਾ ਜੀ ਹੋ ਗਿਆ। ਹੁਣ ਤਾਂ ਰਾਸ਼ਟਰਪਤੀ ਦੇ ਸਾਈਨ ਕਰ ਦੇਣ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਅਖਤਿਆਰ ਜਿਹੜਾ ਜੀ ਉਹ ਕਰ ਚੁੱਕੇ ਹੋਏ ਨੇ, ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਜਾ ਰਿਹਾ, ਕਿਉਂਕਿ ਇਹਦੇ ਨਾਲ ਕਿਸਾਨ ਦੀ ਜਿਹੜੀ ਦਸ਼ਾ ਹੈ ਉਹ ਹੁਣ ਦੁਰਦਸ਼ਾ ਦੇ ਵਿੱਚ ਬਦਲਣ ਲਈ ਬਹੁਤਾ ਲੰਬਾ ਸਮਾਂ ਜਿਹੜਾ ਵੀ ਉਹ ਨਹੀਂ ਲੱਗਣਾ। ਜੋ ਇਹਨਾਂ ਕਾਨੂੰਨਾਂ ਦੇ ਵਿੱਚ ਮੌਜੂਦ ਹੈ, ਜਿਹਨੇ ਪੜ੍ਹਿਆ ਉਹਨਾਂ ਨੂੰ ਪਤਾ ਜੀ ਕਿ ਇਹ ਚਿਤਵਿਆ ਵੀ ਨਹੀਂ ਜਿਹੜਾ ਵੀ ਉਹ ਜਾ ਸਕਦਾ। ਇੱਕ ਡਰਾਉਣੀ ਫਿਲਮ ਦੇ ਵਰਗਾ ਇੱਕ ਸੀਨ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਜਦੋਂ ਤੁਸੀਂ ਇਹਨਾਂ ਬਿੱਲਾਂ ਨੂੰ ਪੜ੍ਹਦੇ ਹੋ। ਤੇ ਕੋਈ ਦਲੀਲ ਅਪੀਲ ਕਿਸਾਨਾਂ ਦੇ ਕੋਲੇ ਨਹੀਂ ਰਹਿਣੀ। ਉਹ ਆਪਣੀਆਂ ਜ਼ਮੀਨਾਂ ਦੇ ਉੱਤੇ ਮੁਜ਼ਾਹਰੇ ਬਣ ਜਾਣਗੇ, ਘਸਿਆਰੇ ਜਿਹੜਾ ਵੀ ਉਹ ਬਣ ਜਾਣਗੇ ਆਉਂਦੇ ਬਹੁਤ ਛੇਤੀ ਸਮੇਂ ਦੇ ਦੌਰਾਨ। ਔਰ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਾਬਜ਼ ਹੋ ਜਾਣਗੇ, ਜਿਹੜੇ ਕਿ ਉਹਨਾਂ ਜ਼ਮੀਨਾਂ ਦੇ ਉੱਤੇ ਆਪਣੇ ਤੌਰ ਤੇ ਲੋਨ ਚੁੱਕ ਸਕਣਗੇ ਬੈਂਕਾਂ ਤੋਂ। ਔਰ ਬੈਂਕਾਂ ਦੇ ਕੋਲੇ ਇਹ ਜ਼ਮੀਨਾਂ ਜਿਹੜੀਆਂ ਉਹ ਗਹਿਣੇ ਹੋ ਜਾਣਗੀਆਂ। ਦਲੀਲ ਅਪੀਲ ਦੇ ਨਾਂ ਦੇ ਉੱਤੇ ਜੇ ਕੋਈ ਡਿਸਪਿਊਟ ਜਿਹੜਾ ਵੀ ਉਹ ਹੁੰਦਾ ਤਾਂ ਫਿਰ ਉਹ SDM ਤੇ ਡਿਪਟੀ ਕਮਿਸ਼ਨਰ ਦੇ ਕੋਲੇ ਹੀ ਜਾਇਆ ਜਾ ਸਕੂਗਾ। ਉਹ ਬਿਨਾਂ ਕਿਸੇ ਸ਼ੱਕ ਦੇ ਉਹ ਸਰਕਾਰ ਦੇ ਨੌਕਰ ਹੋਣਗੇ ਤੇ ਸਰਕਾਰ ਦੇ ਨੌਕਰ ਸਰਕਾਰ ਦੇ ਅਗੇਂਸਟ ਫੈਸਲਾ ਜਿਹੜਾ ਵੀ ਉਹ ਨਹੀਂ ਕਰ ਸਕਣਗੇ। ਇਹ ਸਾਰਾ ਕੁਝ ਜਿਹੜਾ ਵੀ ਉਹ ਲਾਗੂ ਹੋ ਗਿਆ। ਹੁਣ ਕਿਸਾਨਾਂ ਦੇ ਉੱਤੇ ਨਿਰਭਰ ਹੈ ਕਿ ਉਹ ਇਸ ਸੰਘਰਸ਼ ਨੂੰ ਕਿੰਨਾ ਲੰਬਾ ਤੇ ਕਿੰਨਾ ਤਿੱਖਾ ਖਿੱਚ ਸਕੇ। ਜੀ ਜੀ ਬਿਲਕੁਲ ਬਾਬਾ ਜੀ, ਜਿਨ੍ਹਾਂ ਦੇ ਜਦੋਂ ਐਕਸਪਲੇਨ ਕਰਦੇ ਆ ਨਾ ਉਹਨਾਂ ਨੂੰ ਕਾਨੂੰਨਾਂ ਨੂੰ ਜਿਹੜੇ ਬਣਾਏ ਆ ਬਹੁਤ ਭੈੜੇ ਆ। ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਸੁਪਰੀਮ ਕੋਰਟ ਜਾਵੇਗੀ ਨਵੇਂ ਕਾਨੂੰਨਾਂ ਨੂੰ ਲੈ ਕੇ। ਉਹ ਕੱਲ ਇੱਥੇ ਖਟਕੜ ਕਲਾਂ ਦੇ ਵਿੱਚ ਮੁੱਖ ਮੰਤਰੀ ਤੇ ਖਾਸ ਤੌਰ ਦੇ ਉੱਤੇ ਜਿਹੜੇ ਪੰਜਾਬ ਮਾਮਲਿਆਂ ਦੇ
ਨਵੇਂ ਲਾਏ ਗਏ ਇੰਚਾਰਜ ਨੇ ਹਰੀਸ਼ ਰਾਵਤ ਉਹ ਪਹੁੰਚੇ ਹੋਏ ਸਨ। ਪ੍ਰੈਸ ਕਾਨਫਰੰਸ ਵੀ ਬਾਅਦ ਦੇ ਵਿੱਚ ਇਹਨਾਂ ਨੇ ਕੀਤੀ, ਜਿਹਦੇ ਵਿੱਚ ਇਹ ਆਖਿਆ ਗਿਆ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸੁਪਰੀਮ ਕੋਰਟ ਜਾਊਗੀ। ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ 31 ਉਹਨਾਂ ਦੀ ਮੀਟਿੰਗ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ। ਸ਼ਾਇਦ ਉਹ ਇਸੇ ਹੀ ਮਸਲੇ ਦੇ ਉੱਤੇ ਜਿਹੜੀ ਜੀ ਉਹ ਮੀਟਿੰਗ ਹੈ ਕਿ ਕਿਸਾਨ ਜਥੇਬੰਦੀਆਂ ਦਾ ਅਗਲਾ ਰੁਖ ਜਿਹੜਾ ਉਹ ਕੀ ਹੋਊਗਾ। ਇਹਦੇ ਵਿੱਚ ਕੁਝ ਬੜੇ ਅਹਿਮ ਜਿਹੜੇ ਜੀ ਉਹ ਪੁਆਇੰਟ ਨੇ, ਕਿਉਂਕਿ ਦੇਖਿਆ ਜਾਵੇ ਤਾਂ ਲੈ ਦੇ ਕੇ ਜਿਹੜਾ ਰਾਹ ਬਚਦਾ ਉਹ ਸੁਪਰੀਮ ਕੋਰਟ ਵਾਲਾ ਹੀ ਬਚਦਾ। ਸੁਪਰੀਮ ਕੋਰਟ ਦੇ ਵਿੱਚ ਜਾਣ ਦੇ ਵਾਸਤੇ ਇੱਕ ਗਰਾਊਂਡ, ਇੱਕ ਆਧਾਰ ਜਿਹੜਾ ਉਹ ਤਿਆਰ ਕਰਨਾ ਪਊਗਾ। ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਾਂਗਰਸੀਆਂ ਨੇ, ਜਿਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਹੋਰੀ ਮੌਜੂਦ ਸਨ। ਹਰੀਸ਼ ਰਾਵਤ ਹੋਰਾਂ ਨੇ ਉਹਦੇ ਵਿੱਚ ਇੱਕ ਗੱਲ ਕਹੀ ਕਿ ਕਾਂਗਰਸ ਜਿਹੜੀ ਆ ਉਹ ਸਾਈਨ ਕਰਵਾ ਰਹੀ ਆ ਕਿਸਾਨਾਂ ਦੇ, ਔਰ ਉਹਨਾਂ ਨੇ ਕਿਹਾ ਕਿ ਅਕਤੂਬਰ ਦੇ ਐਂਡ ਤੱਕ 2 ਕਰੋੜ ਕਿਸਾਨਾਂ ਦੇ ਸਾਈਨ ਕਰਵਾ ਕੇ ਰਾਸ਼ਟਰਪਤੀ ਨੂੰ ਦਿੱਤੇ ਜਾਣਗੇ, ਜਿਹਦੇ ਨਾਲ ਉਹਨਾਂ ਦੇ ਉੱਤੇ ਪ੍ਰੈਸ਼ਰ ਬਣੂਗਾ। ਇੱਕ ਗੱਲ ਜਿਹੜੀ ਆਪਾਂ ਪਿਛਲੇ ਸਮੇਂ ਤੋਂ ਇਸੇ ਪਲੇਟਫਾਰਮ ਦੇ ਉੱਤੇ ਬਹੁਤ ਵਾਰੀ ਜਿਹੜੀ ਜੀ ਉਹ ਉਭਾਰੀ ਹੈ ਕਿ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ, ਜੇ ਉਹ ਗ੍ਰਾਮ ਸਭਾ ਸੱਦਦੀਆਂ ਨੇ, ਗ੍ਰਾਮ ਸਭਾ ਜਿਹੜੀ ਆ ਉਹ ਇਹਨਾਂ ਖੇਤੀ ਬਿੱਲਾਂ ਨੂੰ ਰੱਦ ਕਰਦੀ ਹੈ, ਕਿਉਂਕਿ ਗ੍ਰਾਮ ਸਭਾ ਜਿਹੜੀ ਆ ਉਹਦੇ ਵਿੱਚ ਹਰ ਵਰਗ ਆ ਜਾਂਦਾ। ਪਿੰਡ ਦਾ ਰਹਿਣ ਵਾਲਾ ਕੋਈ ਵੀ ਬਾਸ਼ਿੰਦਾ ਜਿਹੜਾ ਉੱਥੋਂ ਦਾ ਵੋਟਰ ਆ ਉਹ ਗ੍ਰਾਮ ਸਭਾ ਦਾ ਆਟੋਮੈਟਿਕਲੀ ਮੈਂਬਰ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਇੱਕ ਰੇਹੜੀ ਲਾਉਣ ਵਾਲਾ ਹੈ, ਚਾਹੇ ਉਹ ਕੋਈ ਜੁੱਤੀਆਂ ਗੰਢਣ ਵਾਲਾ ਹੈ, ਕੋਈ ਲੋਹਾਰਾ ਕੰਮ ਕਰਨ ਵਾਲਾ ਹੈ, ਕੋਈ ਤਖਾਣਾ ਕੰਮ ਕਰਨ ਵਾਲਾ ਹੈ, ਕੋਈ ਵੀ ਕੰਮ ਕਰਨ ਵਾਲਾ ਜਿਹੜਾ ਉਹ ਗ੍ਰਾਮ ਸਭਾ ਦਾ ਮੈਂਬਰ ਹੈ। ਗ੍ਰਾਮ ਸਭਾ ਦੇ ਵੱਲੋਂ ਪਾਸ ਕੀਤਾ ਗਿਆ ਵਿਰੋਧ ਦੇ ਵਿੱਚ ਜਿਹੜਾ ਮਤਾ, ਉਹਦੇ 'ਚ ਸਾਰੇ ਵਰਗ ਆ ਜਾਂਦੇ ਆ। ਜੇ ਸਰਕਾਰ ਜਿਹੜੀ ਆ ਉਹ ਆਪਣੇ ਤੌਰ ਦੇ ਉੱਤੇ ਸਾਰੀਆਂ ਪੰਚਾਇਤਾਂ ਨੂੰ ਇਹ ਆਖੇ ਤੇ ਗ੍ਰਾਮ ਸਭਾ ਸੱਦ ਕੇ ਮਤੇ ਪਾ ਕੇ ਜਿਹੜੇ ਦਿਓ, ਤਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਸੋਲਿਡ ਗਰਾਊਂਡ ਜਿਹੜੀ ਆ ਉਹ ਤਿਆਰ ਹੋ ਸਕਦੀ ਹੈ। ਜੇ 2 ਕਰੋੜ ਤੁਸੀਂ ਸਾਈਨ ਦੀ ਗੱਲ ਕਰਦੇ ਹੋ, ਜੋ ਹਰੀਸ਼ ਰਾਵਤ ਹੋਰੀ ਕਹਿੰਦੇ ਆ ਕਿ ਉਹਦੇ ਨਾਲ ਪ੍ਰੈਸ਼ਰ ਮਤਲਬ ਕਿ ਬਣ ਸਕਦਾ, ਤੇ 12,000 ਪਿੰਡਾਂ ਦੀਆਂ 12,500 ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਗ੍ਰਾਮ ਸਭਾ ਸੱਦ ਕੇ ਰੱਦ ਕੀਤੇ ਗਿਆ ਮਤਾ ਉਦੋਂ ਕਿਤੇ ਜ਼ਿਆਦਾ ਸੋਲਿਡ ਇੱਕ ਕੇਸ ਜਿਹੜਾ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਬਣ ਸਕਦਾ ਹੈ। ਇਹ ਪੰਜਾਬ ਸਰਕਾਰ ਦੇ ਉੱਤੇ ਡਿਪੈਂਡ ਹੈ ਕਿ ਉਹਨੇ ਇਹਨੂੰ ਜਿਹੜਾ ਜੀ ਉਹ ਕਰਨਾ ਜਾਂ ਨਹੀਂ ਕਰਨਾ। ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਨਾਲ ਨਹੀਂ ਕੁਛ ਹੋਣਾ, ਪਰ ਇੱਕ ਸਟਰੋਂਗ ਜਿਹੜੀ ਹੈ ਜੀ ਉਹ ਗਰਾਊਂਡ ਹੋ ਸਕਦੀ ਹੈ। ਇੱਕ ਦੂਜਾ ਇਹਦੇ ਵਿੱਚ ਜਿਹੜਾ ਪੁਆਇੰਟ ਹੈ ਜਿਹੜਾ ਫਿਕਰਮੰਦੀ ਵਾਲਾ, ਉਹ ਇਹ ਹੋ ਸਕਦਾ ਕਿ ਜਿਹੜੀ ਫੌਜ ਵਕੀਲਾਂ ਦੀ ਪੰਜਾਬ ਸਰਕਾਰ ਦੇ ਕੋਲੇ ਮੌਜੂਦਾ ਹੈ, ਉਹਦੇ 'ਚ ਸਿੱਧੇ ਤੌਰ ਦੇ ਉੱਤੇ ਕਹਿਣਾ ਹੋਵੇ ਤਾਂ ਐਡਵੋਕੇਟ ਜਨਰਲ ਜਿਹੜੇ ਅਗਵਾਈ ਕਰ ਰਹੇ ਆ, ਉਹ ਜਿਹੜੀ ਟੀਮ ਹੈ ਉਹ ਖਿਲਾਫ ਲੋਕਾਂ ਦੀ ਟੀਮ ਹੈ। ਇੱਕ ਸਿੰਗਲ ਕੇਸ ਵੀ ਜਿਹੜਾ ਸਰਕਾਰ ਦਾ ਹੋਵੇ, ਜਿਹੜਾ ਇਹਨਾਂ ਨੇ ਜਿੱਤਿਆ ਹੋਵੇ, ਇੱਕ ਸਿੰਗਲ ਕੇਸ ਜੋ ਸੱਤਿਆਨਾਸ਼ ਪੰਜਾਬ ਦੇ ਇਹਨਾਂ ਵਕੀਲਾਂ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਕੀਤਾ, ਚਾਹੇ ਉਹ ਬਾਈਬਲ ਕਲਾਂ ਵਾਲਾ ਮਾਮਲਾ, ਸਭ ਨੂੰ ਪਤਾ ਕਿ ਕਿਵੇਂ ਪਾਣੀ ਉਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਰਿੜਕਿਆ ਜਾ ਰਿਹਾ। ਜਿਹੜੇ ਅਫਸਰ ਨੇ ਉਹ ਹੌਲੀ-ਹੌਲੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਸਾਰਾ ਜਿਹੜਾ ਜੀ ਇਹਦਾ ਧੂੰਆਂ ਕੱਢ ਕੇ ਰੱਖ ਦਿੱਤਾ ਕਿ ਇਸ ਕੇਸ ਦਾ ਕੀ ਬਣੂਗਾ, ਕੁਛ ਨਹੀਂ ਜਿਹੜਾ ਜੀ ਉਹ ਪਤਾ ਲੱਗਦਾ। ਜੇ ਆਪਾਂ ਪਿਛਲੇ ਸਮੇਂ ਦੇ ਉੱਤੇ ਚੱਲ ਜਾਈਏ ਤੇ ਸੁਪਰੀਮ ਕੋਰਟ ਦੇ ਵਿੱਚ ਪਏ ਕੇਸਾਂ ਦੀ ਪੈਰਵਾਈ ਜਿਹੜੀ ਆ ਵੱਖ-ਵੱਖ ਮਾਮਲਿਆਂ ਦੇ ਉੱਤੇ ਇਸ ਟੀਮ ਨੇ ਕਿਵੇਂ ਕੀਤੀ ਆ, ਉਹ ਸਭ ਦੇ ਸਾਹਮਣੇ ਕਹਾਣੀ ਆ ਜਾਂਦੀ ਹੈ। ਜੇ ਤਾਂ ਇਸ ਟੀਮ ਦੇ ਨਾਲ ਜਿਹੜਾ ਜੀ ਉਹ ਤੁਰਨਾ, ਫਿਰ ਤਾਂ ਤੁਸੀਂ ਇਹ ਲਾ ਕੇ ਚੱਲੋ ਕਿ ਪਹਿਲੀਆਂ ਤਰੀਕਾਂ ਦੇ ਉੱਤੇ ਜਿਹੜਾ ਜੀ ਉਹ ਇਹ ਕੇਸ ਟਿਕਣੇ ਨੇ ਜੀ, ਇਹ ਕੇਸ ਨਹੀਂ ਟਿਕਣੇ। ਕਿਸਾਨਾਂ ਨੂੰ ਇਹ ਗੱਲ ਜਿਹੜੀ ਹੈ ਜੀ ਉਹ ਸਮਝਣ ਦੀ ਜ਼ਰੂਰਤ ਹੈ। ਜੇ ਇਹ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਮਾਮਲੇ ਨੂੰ ਇੱਥੋਂ ਤੱਕ ਲੈ ਆਈਆਂ ਨੇ ਤੇ ਇਹ ਕੇਸ ਵੀ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਲੜਨੇ ਚਾਹੀਦੇ ਆ। ਮੁਲਕ ਦੇ ਬਿਹਤਰੀਨ ਜਿਹੜੇ ਕਾਨੂੰਨ ਦੇ ਜਾਣਕਾਰ ਨੇ, ਵਕੀਲ ਨੇ, ਉਹਨਾਂ ਦੀ ਟੀਮ ਖੜੀ ਕਰਕੇ, ਔਰ ਪੰਜਾਬ ਦੇ ਵਿੱਚੋਂ ਜਾਂ ਜਿਹੜਾ ਤੁਸੀਂ ਜਿਹੜੇ ਖੇਤੀ ਸੂਬੇ ਨੇ ਉਹਨਾਂ ਦੇ ਵਿੱਚੋਂ ਕੋਈ 20 ਜਿਹੜੇ ਐਕਸਪਰਟ ਨੇ, ਜਿਹੜੇ ਕਾਨੂੰਨ ਦੇ ਐਕਸਪਰਟ ਨੇ, ਉਹਨਾਂ ਦੀ ਇੱਕ ਟੀਮ ਤਿਆਰ ਕਰਕੇ ਉਹਨੂੰ ਇਹਦੀ ਪੈਰਵਾਈ ਜਿਹੜੀ ਆ ਉਹ ਸੌਂਪਣੀ ਚਾਹੀਦੀ ਆ ਕਿ ਉਹ ਇਹਨਾਂ ਜਿਹੜੇ ਵਕੀਲ ਜਿਹੜੇ ਸੁਪਰੀਮ ਕੋਰਟ ਤੇ ਕੀਤੇ ਜਾਣਗੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਵੀ ਉਹ ਕੰਮ ਕਰਨਗੇ। ਜੇ ਸਰਕਾਰਾਂ ਦੇ ਤੌਰ ਦੇ ਉੱਤੇ ਬਹਿ ਗਏ ਤੇ ਸਰਕਾਰਾਂ ਇਹ ਉਹੀ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਨੇ ਮੌਜੂਦਾ ਸਮੇਂ ਦੇ ਵਿੱਚ ਸਾਰਾ ਕੁਝ ਜਿਹੜਾ ਵੀ ਉਹ ਲੈ ਆਂਦਾ।
ਇਹ ਉਹੀ ਸਰਕਾਰਾਂ ਨੇ ਨਾ। ਅੱਜ ਅਕਾਲੀ ਦਲ ਜਿਹੜਾ ਉਹ ਡਰਾਮੇ ਕਰਦਾ ਫਿਰਦਾ ਕਿ 1 ਤਰੀਕ ਨੂੰ ਅਸੀਂ ਟਰੈਕਟਰ ਰੈਲੀ ਜਿਹੜੀ ਦੀ ਕਰਨੀ ਆ, ਅਸੀਂ ਕੁਰਬਾਨੀ ਬਹੁਤ ਵੱਡੀ ਦੇ ਦਿੱਤੀ। ਪਹਿਲਾਂ 2 ਮਹੀਨੇ ਉਹ ਗੋਗੇ ਇਹਨਾਂ ਲੋਕਾਂ ਨੇ ਗਾਏ ਆ, ਇਹਨਾਂ ਆਰਡੀਨੈਂਸਾਂ ਦੇ, ਇਹਨਾਂ ਬਿੱਲਾਂ ਦੇ, ਉਹ ਸਾਰੀਆਂ ਕੁਝ ਵੀਡੀਓ ਦੇ ਰੂਪ ਦੇ ਵਿੱਚ ਮੌਜੂਦ ਹੈ। ਮੌਜੂਦਾ ਜਿਹੜੀ ਸਰਕਾਰ ਹੈ ਕਾਂਗਰਸ ਦੀ, ਉਹਦੇ ਜਿਹੜੇ ਇੱਕ ਨੌਕਰਸ਼ਾਹ ਸਨ, ਹੁਣ ਰਿਟਾਇਰ ਹੋ ਗਏ, ਕਾਹਨ ਸਿੰਘ ਪੰਨੂ ਹੋਰੀ IAS ਆਫਿਸਰ, ਉਹਨਾਂ ਨੇ ਇਹ ਸਾਰਾ ਕੁਝ ਲਿਖਤੀ ਰੂਪ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੂੰ ਦਿੱਤਾ ਵੀ ਜੇ ਇਹ ਬਿੱਲ ਆ ਗਏ ਇਹ ਕਿਸਾਨਾਂ ਨੂੰ ਮਾਰ ਦੇਣਗੇ। ਉਹ ਚਿੱਠੀ ਲੁਕੋ ਕੇ ਕਿਉਂ ਰੱਖੀ? ਇੱਕ ਦੂਜੀ ਗੱਲ, ਜਦੋਂ ਤੁਸੀਂ ਇੱਕ ਜਿਹੜੀ ਆਲ ਪਾਰਟੀ ਮੀਟਿੰਗ ਸੱਦੀ ਸੀ, ਉਸ ਆਲ ਪਾਰਟੀ ਮੀਟਿੰਗ ਦੇ ਵਿੱਚ ਫੈਸਲਾ ਇਹ ਹੋਇਆ ਸੀ ਕਿ ਮੁੱਖ ਮੰਤਰੀ ਹੋਰੀ ਪ੍ਰਧਾਨ ਮੰਤਰੀ ਦੇ ਕੋਲੇ ਜਾਣਗੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ। ਉਹਦਾ ਕੀ ਬਣਿਆ ਉਸ ਮਤੇ ਦਾ? ਮੁੜ ਕੇ ਮੁੱਖ ਮੰਤਰੀ ਹੋਰਾਂ ਨੇ ਕਿਤੇ ਉਠਾਇਆ ਹੀ ਨਹੀਂ, ਆਰਾਮ ਦੇ ਨਾਲ ਆਪਣੇ ਫਾਰਮ ਹਾਊਸ ਦੇ ਵਿੱਚ ਜਿਹੜਾ ਦੀ ਉਹ ਵੜੇ ਰਹੇ। ਕੀ ਅਜੇ ਮੁੱਖ ਮੰਤਰੀ ਹੋਰਾਂ ਤੋਂ ਇਹ ਆਸ ਮੌਜੂਦਾ ਪੰਜਾਬ ਦੀ ਸਰਕਾਰ ਤੋਂ ਇਹ ਕੀਤੀ ਜਾ ਸਕਦੀ ਹੈ ਕਿ ਉਹ ਬਾਹਰ ਨਿਕਲਣਗੇ, ਇਹ ਸੁਪਰੀਮ ਕੋਰਟ ਦੇ ਵਿੱਚ ਪੈਰਵਾਈ ਕਰਨਗੇ ਤੇ ਪ੍ਰੋਪਰ ਪੈਰਵਾਈ ਜਿਹੜੀ ਹੈ ਉਹ ਕਰਨਗੇ? ਇਹਦੇ ਉੱਤੇ ਡਾਊਟ ਜਿਹੜੇ ਦੀ ਉਹ ਵੱਡੇ ਨੇ। ਜੇ ਕਿਸਾਨ ਭਿੱਜ ਗਏ ਇੱਕ ਵਾਰੀ ਜਿਹੜਾ ਦੀ ਉਹ ਫੇਰ, ਤਾਂ ਬਿਨਾਂ ਕਿਸੇ ਸ਼ੱਕ ਦੇ ਇਹ ਢਾਹ ਜਿਹੜੀ ਆ ਉਹ ਇਸ ਮੂਵਮੈਂਟ ਨੂੰ ਲੱਗੂਗੀ। ਜੀ 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 ਬਿਲਕੁਲ। ਪਹਿਲਿਆਂ ਨੂੰ ਕੀ ਹੋਇਆ ਤੁਸੀਂ ਦੱਸ ਦਿੱਤਾ ਕਿ ਕੋਈ ਵੀ ਕੇਸ ਨਹੀਂ ਲੜਿਆ ਗਿਆ। ਅੱਗੇ SGPC ਦੀ ਜੇ ਗੱਲ ਕਰੀਏ, ਉਸ ਦੇ ਬਜਟ ਤੇ ਕਰੋਨਾ ਦਾ ਸਾਇਆ। ਦੇਖੋ, ਕਰੋਨਾ ਤੇ ਤੁਸੀਂ ਕਹਿ ਲਓ ਕਿ ਜਿਹੜੇ ਸਰੂਪ ਲਾਪਤਾ ਹੋਏ ਉਹਨਾਂ ਦਾ ਸਾਇਆ ਜਿਹੜਾ ਜੀ ਉਹ ਇਸ ਬਜਟ ਸੈਸ਼ਨ ਦੇ ਉੱਤੇ ਉਹ ਬਿਲਕੁਲ ਵੇਖਣ ਨੂੰ ਜਿਹੜਾ ਉਹ ਮਿਲ ਰਿਹਾ ਸੀਗਾ। ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਪਿਆ। ਉਂਝ ਤਾਂ ਵੈਸੇ ਇਸ ਵੇਲੇ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਘਿਰੀ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੱਥੇ ਕਦੀ ਸਬਜ਼ੀ ਘੁਟਾਲਾ ਸਾਹਮਣੇ ਆ ਜਾਂਦਾ, ਕਦੀ ਆਟਾ ਘੁਟਾਲਾ ਸਾਹਮਣੇ ਆ ਜਾਂਦਾ, ਕਦੀ ਕੋਈ ਘੁਟਾਲਾ, ਕਦੀ ਕੋਈ ਜਿਹੜਾ ਵੀ ਉਹ ਘੁਟਾਲਾ ਸਾਹਮਣੇ ਆ ਜਾਂਦਾ। 328 ਸਰੂਪ ਵਾਲਾ ਜਿਹੜਾ ਮਾਮਲਾ, ਉਹ ਵੀ ਇੱਕ ਵੱਡਾ ਮਸਲਾ ਅਜੇ ਵੀ ਜਿਹੜਾ ਵੀ ਉਹ ਬਣਿਆ ਹੋਇਆ। ਬੇਸ਼ੱਕ ਇਹਦੇ ਉੱਤੇ ਅਕਾਲ ਤਖਤ ਦੇ ਕਾਰਜਕਾਰੀ ਹਰਪ੍ਰੀਤ ਸਿੰਘ PhD ਜਿਹੜੇ ਨੇ, ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਆ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਵਲੂਟ ਦਿੱਤਾ ਜਾਵੇ, ਜਿਹੜਾ ਕੁਛ ਜਿਹੜੀ ਸਜ਼ਾ ਲਾ ਕੇ ਪਾਸ ਕਰਨ ਦੀ, ਪਰ ਇਹ ਮਾਮਲਾ ਜਿਹੜਾ ਜੀ ਉਹ ਠੰਡਾ ਨਹੀਂ ਪੈ ਰਿਹਾ। ਜਦੋਂ ਬਜਟ ਸੈਸ਼ਨ ਜਿਹੜਾ ਜੀ ਉਹ ਚੱਲ ਰਿਹਾ ਸੀਗਾ ਤਾਂ ਉਸ ਵੇਲੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ ਸੀ, ਉਹ ਵੱਖ-ਵੱਖ ਗੇਟਾਂ ਦੇ ਉੱਤੇ ਖੜੇ ਸਨ, ਸਵਾਲ ਜਿਹੜੇ ਜੀ ਉਹ ਲੈ ਕੇ। ਇਸ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋ ਰਹੇ SGPC ਮੈਂਬਰਾਂ ਨੂੰ ਉਹ ਸਵਾਲਾਂ ਦੇ ਜਿਹੜੇ ਪੈਂਫਲੇਟ ਦੇ ਰਹੇ ਸਨ। ਪਰ ਇਹਨਾਂ ਜਿਹੜੇ SGPC ਦੇ ਮੌਜੂਦਾ ਮੈਂਬਰ ਨੇ, ਉਹਨਾਂ ਤੋਂ ਇਹ ਆਸ ਹੀ ਨਹੀਂ ਕੀਤੀ ਜਿਹੜੀ ਵੀ ਉਹ ਜਾ ਸਕਦੀ ਕਿ ਉਹ ਸਵਾਲਾਂ ਨੂੰ ਪੜ੍ਹਨਗੇ ਤੇ ਅੰਦਰ ਜਾ ਕੇ ਜਿਹੜਾ ਜੀ ਉਹ ਕੋਈ ਸਵਾਲਾਂ ਦੇ ਜਵਾਬ ਮੰਗ ਲੈਣਗੇ, ਕਿਉਂਕਿ ਇਹ ਤਾਂ ਯੈਸ ਮੈਨ ਜਿਹੜੇ ਜੀ ਉਹ ਹਾਇਰ ਕੀਤੇ ਹੋਏ ਨੇ, ਰਬੜ ਸਟੈਂਪਾਂ ਨੇ, ਜਿਨ੍ਹਾਂ ਨੂੰ ਲਾਲਚ ਜਿਹੜਾ ਜੀ ਉਹ ਖਾਣ ਦਾ, ਇਹ ਨੌਕਰੀਆਂ ਦਾ ਇੰਨਾ ਪਾਇਆ ਹੋਇਆ, ਇੰਨਾ ਦਿੱਤਾ ਹੋਇਆ ਕਿ ਉਹਨਾਂ ਦੇ ਜ਼ਮੀਰ ਜਿਹੜੇ ਨੇ ਉਹ ਕਿਤੇ ਬੋਲਦੇ ਬਾਲਦੇ ਨਹੀਂ। ਇਹ ਬਜਟ ਜਿਹੜਾ ਸੀਗਾ ਜੀ ਉਹ 2020-2021 ਦੇ ਵਾਸਤੇ 9 ਅਰਬ 81 ਕਰੋੜ 94 ਲੱਖ ਜਿਹੜਾ ਸੀ 80,000 ਰੁਪਏ ਦਾ ਪੇਸ਼ ਕੀਤਾ ਗਿਆ। ਪਿਛਲੇ ਵਰੇ ਦੇ ਨਾਲੋਂ 18.5% ਦੀ ਕਟੌਤੀ ਇਹਦੇ ਵਿੱਚ ਕੀਤੀ ਗਈ ਆ। ਪਿਛਲੇ ਵਰੇ ਕੋਈ 12 ਅਰਬ 5 ਕਰੋੜ ਰੁਪਏ ਦਾ ਬਜਟ ਜਿਹੜਾ ਜੀ ਉਹ ਰੱਖਿਆ ਗਿਆ ਸੀਗਾ। ਇਹਦੇ ਵਿੱਚ ਸੇਵਾ ਸਿੰਘ ਸੇਖਵਾਂ, ਕਰਨੈਲ ਸਿੰਘ ਪੰਜੋਲੀ, ਕਿਰਨਜੋਤ ਕੌਰ, ਬਲਵਿੰਦਰ ਸਿੰਘ ਬੈਂਸ ਜਿਹੜਾ ਜੀ ਉਹਨੂੰ ਸੰਬੋਧਨ ਕਰਨ ਤੇ ਰੋਕਣ ਦੇ ਉੱਤੇ ਰੌਲਾ ਰੱਪਾ ਵੀ ਪਿਆ। ਇਹਨਾਂ ਮੈਂਬਰਾਂ ਨੇ ਲਾਪਤਾ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਜਿਹੜੇ ਸੀਗੇ ਜੀ ਉਹ ਉਠਾਏ, ਪਰ ਜਿਵੇਂ ਜਿਹੜੇ ਤਰੀਕੇ ਦੇ ਨਾਲ ਦੱਬ ਲਿਆ ਜਾਂਦਾ ਉਵੇਂ ਜਿਹੜਾ ਜੀ ਉਹ ਦੱਬ ਲਿਆ ਗਿਆ। ਜਨਰਲ ਬੋਰਡ ਦੇ ਵਾਸਤੇ 57 ਕਰੋੜ ਰੁਪਏ ਦੇ ਫੰਡ, ਟਰਸਟ ਫੰਡ ਲਈ 37 ਕਰੋੜ 61 ਲੱਖ, ਵਿਦਿਆ ਦੇ ਵਾਸਤੇ ਫੰਡ 28 ਕਰੋੜ 44 ਲੱਖ, ਧਰਮ ਪ੍ਰਚਾਰ ਕਮੇਟੀ ਦੇ ਵਾਸਤੇ 58 ਕਰੋੜ ਰੁਪਏ, ਪ੍ਰਿੰਟਿੰਗ ਪ੍ਰੈਸਾਂ ਲਈ 8 ਕਰੋੜ 2 ਲੱਖ ਰੁਪਏ, ਵਿਦਿਅਕ ਅਦਾਰਿਆਂ ਲਈ 2 ਅਰਬ 15 ਕਰੋੜ ਰੁਪਏ ਸੈਂਕਸ਼ਨ ਜਿਹੜੇ ਸੀਗੇ ਜੀ ਉਹ ਕੀਤੇ ਗਏ। ਉਂਝ ਤਾਂ ਵੈਸੇ ਬਜਟ ਹੁੰਦਾ ਮਾਰਚ ਦੇ ਵਿੱਚ, ਪਰ ਕਰੋਨਾ ਦੀ ਵਜ੍ਹਾ ਕਰਕੇ ਜਿਹੜਾ ਜੀ ਉਸ ਟਾਈਮ ਨਹੀਂ ਸੀ ਇਹ ਹੋ ਸਕਿਆ, ਤਾਂ ਕਰਕੇ ਇਹ ਹੁਣ ਬਜਟ ਸਮਾਗਮ ਜਿਹੜਾ ਜੀ ਉਹ ਹੋਇਆ। ਬਜਟ ਸਮਾਗਮ ਦੇ ਨਾਲੋਂ ਵੱਧ ਜਿਹੜਾ ਚਰਚਾ ਸੀਗਾ ਜੀ ਉਹ 328
ਸਰੂਪ ਜਿਹੜੇ ਲਾਪਤਾ ਹੋਏ ਉਹਨਾਂ ਦਾ ਹੀ ਹੁੰਦਾ ਜਿਹੜਾ ਜੀ ਹੋ ਰਿਹਾ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬਾਕੀ ਨੇ ਉਹ ਕਹਿ ਰਹੇ ਕਿ ਦੇਖੋ ਜੀ ਜਥੇਦਾਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਫੈਸਲਾ ਆਪਣਾ ਦੇ ਦਿੱਤਾ ਹੋਇਆ, ਹੁਣ ਕੋਈ ਮਾਮਲਾ ਜਿਹੜਾ ਜੀ ਉਹ ਨਹੀਂ ਰਿਹਾ। ਇਹਦੇ 'ਚ ਇੱਕ ਬੜਾ ਜਿਹੜਾ ਅਹਿਮ ਪੁਆਇੰਟ ਜਿਹੜਾ ਨੋਟ ਕਰਨ ਵਾਲਾ ਉਹ ਇਹ ਹੈ ਕਿ ਇਹਦੇ ਵਿੱਚ ਇੱਕ ਮਤਾ ਪਾਇਆ ਗਿਆ, ਜਿਹੜੇ 12 ਮਤੇ ਪਾਏ ਗਏ। ਉਂਝ ਇੱਕ ਅਹਿਮ ਮਤਾ ਹੈ ਕਿ ਜਿਹੜੀ 295A ਆ, ਜਿਹੜੀ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਦੀ ਹੈ, ਕਿ ਉਸ ਮਾਮਲੇ ਦੇ ਉੱਤੇ ਉਮਰ ਕੈਦ ਜਿਹੜੀ ਜੀ ਉਹ ਕੀਤੀ ਜਾਵੇ। ਜਦੋਂ ਤੁਸੀਂ ਕਾਨੂੰਨ ਤੋਂ ਇਹ ਮੰਗ ਕਰ ਰਹੇ ਹੋ 295A ਦੀ, ਤੇ ਫਿਰ ਜਿਹੜਾ 328 ਸਰੂਪ ਲਾਪਤਾ ਹੋਏ ਆ ਉਹ ਵੀ ਤਾਂ 295A ਦੇ ਤਹਿਤ ਆਉਂਦਾ। ਉਹਦੇ ਤੇ ਤੁਸੀਂ ਮਾਮਲਾ ਜਿਹੜਾ ਜੀ ਉਹ ਦਰਜ ਕਰਵਾਉਣ ਤੋਂ ਭੱਜ ਰਹੇ ਹੋ। ਇਹ ਦੋਗਲਾ ਚਿਹਰਾ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਸਿਆ, ਜਿਹੜਾ ਕਿ ਹਮੇਸ਼ਾ ਪਹਿਲਾਂ ਵੀ ਜਿਹੜਾ ਜੀ ਉਹ ਦਿਸਦਾ ਬਜਟ ਦੇ ਮੌਕੇ ਤੇ। ਜੀ ਅੱਗੇ ਗੱਲ ਕਰਦੇ ਹਾਂ ਸਮੇਧ ਸੈਣੀ ਦੀ। ਉਸ ਤੋਂ ਥਾਣਾ ਮਟੌਰ ਦੇ ਵਿੱਚ ਲੰਬੀ ਪੁੱਛਗਿੱਛ। ਸਮੇਧ ਸੈਣੀ ਜਿਹੜਾ ਵੈਸੇ ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ ਦੇ ਵਿੱਚ ਜਿਹੜਾ ਤਿੱਬਦਾ ਆ ਰਿਹਾ ਸੀਗਾ ਜੀ, ਅਜੇ ਤੱਕ ਉਹਦੇ ਕੋਲ ਪੁੱਛਗਿੱਛ ਜਿਹੜੀ ਉਹ ਨਹੀਂ ਸੀ ਹੋਈ, ਕਿਉਂਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਹੈ, ਜਿੱਥੋਂ ਉਹਨੂੰ ਬਲੈਂਕਟ ਬੇਲ ਮਿਲੀ ਆ, ਉੱਥੇ ਜਵਾਬਦੇਹੀ ਤਾਂ ਦੇਣੀ ਪੈਣੀ ਹੈ। ਉਹ 11 ਵਜੇ ਦੇ ਕਰੀਬ ਉਹ ਥਾਣਾ ਮਟੌਰ ਦੇ ਵਿੱਚ ਪਹੁੰਚਿਆ ਤੇ 5:30 ਵਜੇ ਤੱਕ ਉਹਦੇ ਤੋਂ ਲੰਬੀ ਪੁੱਛਗਿੱਛ ਜਿਹੜੀ ਸੀ ਉਹ SIT ਦੇ ਮੈਂਬਰਾਂ ਨੇ ਕੀਤੀ। ਬਹੁਤੀ ਡਿਟੇਲ ਤਾਂ ਅਜੇ ਜਿਹੜੀ ਦੀ ਉਹ ਦੇਣ ਦੇ ਵਾਸਤੇ ਕੋਈ ਤਿਆਰ ਨਹੀਂ SIT ਦੇ ਵੱਲੋਂ, ਨਾ ਦੱਸਿਆ ਗਿਆ ਜਿਹੜਾ ਵੀ। ਔਰ ਇਹ ਵੀ ਪਤਾ ਲੱਗਾ ਕਿ ਮੁੜ ਕੇ ਫੇਰ ਪੁੱਛਗਿੱਛ ਦੇ ਵਾਸਤੇ ਸਮੇਧ ਸੈਣੀ ਨੂੰ ਇਹ SIT ਜਿਹੜੀ ਆ ਉਹ ਸੱਦ ਸਕਦੀ ਆ। ਜਿਹੜੇ ਬਹੁਤੇ ਸਵਾਲ ਉਹਦੇ ਕੀਤੇ ਗਏ ਉਹ ਬਲਵੰਤ ਸਿੰਘ ਮੁਲਤਾਨੀ ਦੇ ਨਾਲ ਇਸ ਪੱਖੋਂ ਜਿਹੜਾ ਜੀ ਉਹ ਰਿਲੇਟਡ ਸਨ ਕਿ ਕੀ ਬਲਵੰਤ ਸਿੰਘ ਮੁਲਤਾਨੀ ਦਾ ਬੰਬ ਧਮਾਕੇ ਦੇ ਵਿੱਚ ਕੋਈ ਹੱਥ ਸੀ, ਜਿਹਦੇ ਸ਼ੱਕ ਦੇ ਆਧਾਰ ਦੇ ਉੱਤੇ ਸਮੇਧ ਸੈਣੀ ਨੇ ਉਹਨੂੰ ਚੁੱਕਿਆ ਤੇ ਫਿਰ ਉਹਨੂੰ ਜਿਹੜਾ ਸੀ ਉਹ 3rd ਡਿਗਰੀ ਤਸ਼ੱਦਦ ਕਰਕੇ ਮਾਰ ਦਿੱਤਾ ਥਾਣੇ ਦੇ ਵਿੱਚ ਹੀ। ਤੇ ਉਹਦੇ ਤੋਂ ਅਹਿਮ ਜਿਹੜਾ ਦੀ ਵੱਡਾ ਸਵਾਲ ਇਹ ਹੋਊਗਾ ਕਿ ਜਿਹੜਾ ਬਲਵੰਤ ਸਿੰਘ ਮੁਲਤਾਨੀ ਸੀ ਉਹਦੀ ਡੈਡ ਬੋਡੀ ਕਿੱਥੇ ਗਈ, ਉਹਨੂੰ ਕਿਹਨੇ ਟਿਕਾਣੇ ਜਿਹੜਾ ਸੀ ਉਹ ਲਾਇਆ, ਕਿਹਦੀ ਡਿਊਟੀ ਲਾਈ ਗਈ, ਕਿੱਥੇ ਇਹ ਡੈਡ ਬੋਡੀ ਜਿਹੜੀ ਉਹ ਸੁੱਟੀ ਗਈ। ਇੰਨਾ ਕੁ ਸੂਤਰਾਂ ਨੇ ਦੱਸਿਆ ਕਿ ਸਮੇਧ ਸੈਣੀ ਨੇ ਸਿੱਧੇ ਮੂੰਹ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਕਿਉਂਕਿ ਕਾਨੂੰਨ ਦੇ ਨਾਲ ਖੇਡਣਾ ਉਹ ਜਾਣਦਾ। ਉਹ ਇਸ ਗੱਲ ਨੂੰ ਜਿਹੜਾ ਜੀ ਭਲੀ ਭਾਂਤ ਜਾਣਦਾ ਕਿ ਕੀ ਕਰ ਲਿਆ, 4 ਦਿਨ ਸਿਕਿਉਰਿਟੀ ਛੱਡਣੀ ਪੈ ਗਈ, ਫਿਰ ਉਹਦੇ ਨਾਲ ਜਿਹੜਾ ਜੀ ਉਹ ਕੀ ਹੋ ਗਿਆ, ਉਹ ਰਾਹਤ ਤਾਂ ਸੁਪਰੀਮ ਕੋਰਟ ਤੋਂ ਲੈ ਆਇਆ। ਜਿਹੜੇ ਫਲਾਪ ਵਕੀਲਾਂ ਦੀ ਟੀਮ ਦਾ ਜ਼ਿਕਰ ਮੈਂ ਪਹਿਲਾਂ ਜਿਹੜਾ ਜੀ ਉਹ ਕੀਤਾ, ਇਹ ਉਹਨਾਂ ਦੀ ਦੇਣ ਹੀ ਆ ਸਾਰੀ। ਇਹ ਜਿਹੜਾ ਜੀ ਉਹ ਮਾਮਲਾ। ਹਾਂ, ਦੂਜਾ ਇੱਕ ਮਾਮਲਾ ਜਿਹੜਾ ਵਹਿਬਲ ਕਲਾਂ ਵਾਲਾ, ਉਸ ਮਸਲੇ ਦੇ ਵਿੱਚ ਉਹਦੀ ਮੁਸ਼ਕਲ ਵਧੀ ਹੈ। ਜਿਹੜੇ ਇੱਥੇ ਵਹਿਬਲ ਕਲਾਂ ਕਾਂਡ ਦੀ ਜਿਹੜੀ ਸਿੱਟ ਹੈ, ਉਹਦੇ ਅਹਿਮ ਮੈਂਬਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਕੁਝ ਦਿਨ ਪਹਿਲਾਂ ਪੇਸ਼ੀ ਹੋਈ ਸੀਗੀ ਫਰੀਦਕੋਟ ਦੀ ਅਦਾਲਤ ਦੇ ਵਿੱਚ, ਜਿੱਥੇ ਉਹਨਾਂ ਨੇ ਜਿਹੜਾ ਅਦਾਲਤ ਨੂੰ ਦੱਸਿਆ ਸੀ ਕਿ 2 ਅਫਸਰ ਜਿਹੜੇ ਆ ਉਹ ਇਹਦੇ ਵਾਸਤੇ ਜ਼ਿੰਮੇਵਾਰ ਨੇ, ਗੋਲੀ ਕਾਂਡ ਦੇ ਵਾਸਤੇ, ਜਿਹਦੇ 2 ਬੇਕਸੂਰ ਲੋਕ ਮਾਰੇ ਗਏ ਸਨ। ਇੱਕ ਪ੍ਰਦੀਪ ਸਿੰਘ ਜਿਹੜਾ ਇੰਸਪੈਕਟਰ ਵਾਹਦਾ ਮਾਫ ਬਣ ਗਿਆ ਸੀ, ਉਹਦਾ ਜਿਹੜਾ ਗਵਾਹੀ 18 ਸਫ਼ਿਆਂ ਦੀ, ਉਹਦੇ ਵਿੱਚ ਵੀ ਸਮੇਧ ਸੈਣੀ ਤੇ ਪਰਮਰਾਜ ਉਮਰਾ ਨੰਗਲ ਦੇ ਨਾਮ ਜਿਹੜੇ ਜੀ ਉਹ ਸ਼ਾਮਲ ਸੀ। ਇਸ ਮਸਲੇ ਦੇ ਵਿੱਚ ਜਿਹੜੀ FIR ਬਾਜਾਖਾਨਾ ਥਾਣਾ ਬਾਜਾਖਾਨਾ ਦੇ ਵਿੱਚ ਦਰਜ ਹੈ, ਉਹਦੇ ਵਿੱਚ ਸਮੇਧ ਸੈਣੀ ਤੇ ਪਰਮਰਾਜ ਉਮਰਾ ਨੰਗਲ ਜਿਹੜਾ ਇਹਦੇ ਨਾਮ ਹੁਣ ਮੁੱਖ ਦੋਸ਼ੀਆਂ ਦੇ ਵਜੋਂ ਜਿਹੜੇ ਆ ਉਹ ਸ਼ਾਮਲ ਕਰ ਲਏ ਗਏ ਆ ਇਹਦੇ ਵਿੱਚ, ਕਿਉਂਕਿ ਜਿਹੜਾ ਸਮੇਧ ਸੈਣੀ ਉਸ ਵੇਲੇ DGP ਸੀਗਾ ਜਦੋਂ ਦਾ ਇਹ ਜਿਹੜਾ ਮਾਮਲਾ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਥਾਂ ਥਾਂ ਤੇ ਲੋਕ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਜਿਹੜਾ ਉਹ ਕਰਦੇ ਆ। ਜਿਹੜਾ DGP ਆ ਉਹ ਆਪਣੇ ਤੌਰ ਦੇ ਉੱਤੇ ਗੋਲੀ ਨਹੀਂ ਚਲਾ ਸਕਦਾ ਜਿੰਨੀ ਦੇਰ ਤੱਕ ਗ੍ਰਹਿ ਮੰਤਰਾਲੇ ਤੋਂ ਉਹਨੂੰ ਪਰਮਿਸ਼ਨ ਨਹੀਂ। ਗ੍ਰਹਿ ਮੰਤਰਾਲਾ ਉਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਕੋਲੇ ਸੀ, ਜਿਹੜਾ ਕਿ ਡਿਪਟੀ CM ਸੀ। ਹੁਣ ਵੇਖਣਾ ਇਹ ਹੋਊਗਾ ਕਿ ਇਸ ਮਾਮਲੇ ਦਾ ਅਗਲਾ ਵਰਕਾ ਜਿਹੜਾ ਅਗਲੀ ਕੜੀ ਜਿਹੜੀ ਆ ਕੀ ਉਹ ਸੁਖਬੀਰ ਬਾਦਲ ਹੈ। ਸਮੇਧ ਸੈਣੀ ਨੂੰ ਕਿਸੇ ਸਮੇਂ ਵੀ ਜਿਹੜੀ ਇਹ SIT ਵਹਿਬਲ ਕਲਾਂ ਵਾਲੀ ਆ ਉਹਦੇ ਵੱਲੋਂ ਪੁੱਛਗਿੱਛ ਦੇ ਵਾਸਤੇ ਸੱਦਿਆ ਜਾ ਸਕਦਾ। ਤੋ ਇਹ ਵੀ ਇੱਕ ਅਹਿਮ ਜਿਹੜਾ ਦੀ ਉਹ ਪਾਰਟਕਲ ਦਾ ਜ਼ਰੂਰ ਜਿਹੜਾ ਦੀ ਉਹ ਰਿਹਾ। ਪਰ ਜਿਹੜਾ ਥਾਣਾ ਮਟੌਰ ਦੇ ਵਿੱਚ ਕਿੰਨਾ ਕੁ ਕੁਝ SIT ਦੇ ਹੱਥ ਲੱਗਿਆ, ਇਹਦੀ ਕੋਈ ਬਹੁਤਾ ਵਿਸਥਾਰ ਜਿਹੜਾ ਦੀ ਉਹ ਅਜੇ ਪਤਾ ਨਹੀਂ ਲੱਗ ਸਕਦਾ। ਜੀ
ਅੱਗੇ ਗੱਲ ਕਰਦੇ ਹਾਂ ਕਿਸਾਨ ਪੰਜਾਬ ਦੇ ਵਿੱਚ ਅੰਬਾਨੀਆਂ ਅੰਡਾਨੀਆਂ ਦੇ ਭੰਡਾਰ ਘੇਰਨਗੇ। ਉਹ ਇਹ ਜਿਹੜਾ ਜੀ ਕਿਸਾਨਾਂ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਜੀ, ਜੇ ਤੁਸੀਂ ਦੇਖਿਆ ਹੋਵੇ ਜਿਹੜਾ ਸੋਸ਼ਲ ਮੀਡੀਆ ਉਹਦੇ ਉੱਤੇ ਬਹੁਤ ਸਾਰੀਆਂ ਆਡੀਓ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਨੇ, ਜਿਹਦੇ ਵਿੱਚ ਜਿਹੜੇ ਲੋਕ ਨੇ ਉਹ ਇਹਦੇ ਰਿਲਾਇੰਸ ਕੰਪਨੀ ਦੇ ਜਿਹੜੇ ਫੋਨ ਹੈ ਉਹਨਾਂ ਨੂੰ ਪੋਰਟ ਕਰਵਾ ਰਹੇ ਆ। ਪੋਰਟ ਕਰਵਾਉਣਾ ਮਤਲਬ ਕਿ ਦੂਸਰੀਆਂ ਕੰਪਨੀਆਂ ਦੇ ਨਾਲ ਜਿਹੜਾ ਜੀ ਉਹ ਜਾ ਰਹੇ ਆ। ਲੋਕ ਇਹ ਗੱਲ ਕਹਿ ਰਹੇ ਆ ਕਿ ਇਹ ਕਿਸਾਨ ਵਿਰੋਧੀ ਨੇ, ਜਿਹਦੇ ਕਰਕੇ ਅਸੀਂ ਤੁਹਾਡੀ ਕੰਪਨੀ ਦੇ ਨਾਲ ਜਿਹੜਾ ਜੀ ਉਹ ਨਹੀਂ ਚੱਲਣਾ। ਜਿਹੜੇ ਇੱਥੇ ਪੈਟਰੋਲ ਪੰਪ ਨੇ ਇਹਨਾਂ ਦੇ, ਉਹਨਾਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਜਿਹੜਾ ਉਹ ਸੋਸ਼ਲ ਮੀਡੀਆ ਦੇ ਰਾਹੀਂ ਦਿੱਤਾ ਜਿਹੜਾ ਉਹ ਜਾ ਰਿਹਾ। ਹੁਣ ਇਹ ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀਆਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਹੈ ਕਿ ਅਡਾਨੀਆਂ ਤੋਂ ਲੈ ਕੇ ਵਾਲਮਾਰਟ ਤੱਕ ਔਰ ਇਹਨਾਂ ਦੇ ਜਿਹੜਾ ਫੂਡ ਇਕੱਠਾ ਕਰਨ ਵਾਲੇ ਸੀਲੋ ਪਲਾਂਟ ਜਿਹੜੇ ਨੇ, ਮੈਟਰੋ ਸਟੋਰ ਨੇ, ਵੱਡੇ ਘਰਾਣਿਆਂ ਦੇ ਵੱਲੋਂ ਜਿਹੜੇ ਆਪਰੇਟ ਕੀਤੇ ਜਾ ਰਹੇ ਆ, ਹਾਈਵੇਜ਼ ਦੇ ਉੱਤੇ ਟੋਲ ਪਲਾਜ਼ੇ ਨੇ, ਇਹਨਾਂ ਦੇ ਜਿਹੜੇ 3 ਪ੍ਰਾਈਵੇਟ ਬਿਜਲੀ ਦੇ ਪਲਾਂਟ ਨੇ ਪੰਜਾਬ ਦੇ ਵਿੱਚ। ਮੋਗੇ ਦੇ ਡਗਰੂ ਪਿੰਡ ਦੇ ਵਿੱਚ ਅਡਾਨੀਆਂ ਦਾ ਬਹੁਤ ਵੱਡਾ ਐਗਰੀ ਲੌਜਿਸਟਿਕ ਗਰੁੱਪ ਦੀ ਤਾਂ ਮੈਂ ਬਹੁਤ ਵਾਰੀ ਜਿਹੜਾ ਜੀ ਕਈ ਮਹੀਨਿਆਂ ਤੋਂ ਜ਼ਿਕਰ ਕੀਤਾ ਕਿ ਤੁਸੀਂ ਤਾਂ ਇਹ ਕਹਿੰਦੇ ਹੋ ਕਿ ਇਹਨਾਂ ਨੇ ਆਉਣਾ, ਇਹ ਤਾਂ ਆ ਚੁੱਕੇ ਹੋਏ ਨੇ। ਬਹੁਤ ਵਾਰੀ ਤੁਹਾਨੂੰ ਜਿਹੜਾ ਜੀ ਉਹ ਦੱਸਿਆ ਕਿ ਕਿੱਡਾ ਵੱਡਾ ਇਹ ਜਿਹੜਾ ਉੱਥੇ ਜਿਹੜਾ ਐਗਰੀ ਲੌਜਿਸਟਿਕਸ ਗਰੁੱਪ ਜਿਹੜਾ ਸੀਲੋ ਆ ਉਹਨੂੰ ਇੱਥੇ ਬਣਾਇਆ ਹੋਇਆ। ਕੱਲ ਹਾਲਾਂਕਿ ਜਿਹੜਾ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੇ ਇਹਨੂੰ ਘੇਰਨ ਦਾ ਜਿਹੜਾ ਜੀ ਉਹ ਯਤਨ ਕੀਤਾ। ਜਿਹੜੇ ਇਹਦੇ ਬੋਰਡ ਵਗੈਰਾ ਉਹਨਾਂ ਦੇ ਉੱਤੇ ਕਾਲਖ ਪੋਤੀ ਉਸ ਜਗ੍ਹਾ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਜਿਹੜੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਕਿ ਇਸ ਜਿਹੜਾ ਜੀ ਇਹਨਾਂ ਦੇ ਸਟੋਰਾਂ ਨੂੰ ਘੇਰਿਆ ਜਾਊਗਾ ਪੰਜਾਬ ਦੇ ਵਿੱਚ। ਜਿਹੜੀ ਰਾਮਾ ਮੰਡੀ ਦੇ ਵਿੱਚ ਇੱਥੇ ਬਠਿੰਡਾ ਦੇ ਬਾਰ-ਬਾਰ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਜਿਹੜੀ ਆ ਉਹ ਰਿਲਾਇੰਸ ਗਰੁੱਪ ਦੀ ਹੈ, ਇਹ ਵੀ ਘੇਰੀ ਜਾ ਸਕਦੀ ਆ ਆਉਂਦੇ ਦਿਨਾਂ ਦੇ ਦੌਰਾਨ। ਇਹ ਕਿਸਾਨਾਂ ਨੇ ਅਜਿਹਾ ਇਸ਼ਾਰਾ ਜਿਹੜਾ ਜੀ ਉਹ ਕੀਤਾ। ਇਹ ਕਿਹਾ ਜਾ ਰਿਹਾ ਕਿ ਮੋਦੀ, ਭਾਜਪਾ, ਅੰਬਾਨੀ ਤੇ ਅਡਾਨੀ ਵਰਗੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਕਿਸਾਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਹੋ ਸਕਦੇ ਆ। ਇਹ ਵੀ ਕਿਹਾ ਜਾ ਰਿਹਾ ਕਿ ਭਾਜਪਾ ਆਗੂਆਂ ਦੇ ਘਰਾਂ ਦਾ ਘਰਾਓ ਕਰਨ ਦਾ ਐਲਾਨ ਪਹਿਲਾਂ ਹੀ ਜਿਹੜਾ ਜੀ ਉਹ ਕੀਤਾ ਗਿਆ, ਕਿਉਂਕਿ ਜਿਹੜੇ ਇਹ ਸਟੋਰ ਨੇ ਹੌਲੀ ਹੌਲੀ ਕਰਦੇ ਆ ਇਹ ਲਗਭਗ ਇਹਨਾਂ ਨੇ ਸ਼ਹਿਰਾਂ ਦੇ ਨਾਲ ਨਾਲ ਕਸਬਿਆਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਤਾਂ ਜਿਹੜਾ ਜੀ ਉਹ ਲੈ ਲਿਆ ਹੋਇਆ। ਜਿੱਥੇ ਚਾਹੇ ਉਹ ਰਿਲਾਇੰਸ ਦੇ ਸਬਜ਼ੀਆਂ ਦੇ ਸਟੋਰ ਹੋਣ, ਚਾਹੇ ਅਡਾਨੀਆਂ ਦੇ ਜਿਹੜੇ ਜੀ ਗਰੋਸਰੀ ਦੇ ਸਟੋਰ ਹੋਣ, ਜਿਹੜੇ ਕਿ ਛੋਟੇ ਸਟੋਰਾਂ ਨੂੰ ਹੌਲੀ ਹੌਲੀ ਕਰਦਿਆਂ ਨਿਗਲ ਗਏ। ਹੁਣ ਇਸ ਪਾਸੇ ਵੱਲ ਨੂੰ ਜੇ ਕਿਸਾਨ ਇਹਨਾਂ ਦਾ ਬਾਈਕਾਟ ਕਰਨ ਵੱਲ ਨੂੰ ਜਿਹੜਾ ਜੀ ਉਹ ਤੁਰਦੇ ਆ ਤੇ ਇਹ ਦੁੱਖ ਦੀ ਰਗ ਤਾਂ ਜਿਹੜੀ ਆ ਜੀ ਉਹ ਹੋਊਗੀ। ਔਰ ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹੜੀ ਕਿ ਇਹਨਾਂ ਐਜੀਟੇਸ਼ਨਾਂ ਨੂੰ ਬੇਸ਼ੱਕ ਇਗਨੋਰ ਕਰ ਰਹੀ ਹੈ ਹਾਲ ਦੀ ਘੜੀ, ਉਹਨਾਂ ਦੇ ਬਿਆਨ ਵਗੈਰਾ ਜਿਹੜੇ ਨੇ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂਗਾ। ਅਸਰ ਹੈਗਾ, ਇਹ ਨਹੀਂ ਆ ਕਿ ਅਸਰ ਨਹੀਂਗਾ, ਅਸਰ ਜਿਹੜਾ ਉਹ ਹੈਗਾ, ਪਰ ਉਹ ਕੋਸ਼ਿਸ਼ ਇਹਦੇ ਵਿੱਚ ਨੇ ਕਿ ਸ਼ਾਇਦ ਉਹਨਾਂ ਨੂੰ ਇਹਦਾ ਕੋਈ ਬਹੁਤਾ ਜਿਹੜਾ ਜੀ ਉਹ ਫਰਕ ਨਹੀਂਗਾ। ਉਹ ਫਿਰ ਜਦੋਂ ਇਹਨਾਂ ਸਟੋਰਾਂ ਨੂੰ ਇਹ ਆ ਕੇ ਕਿਸਾਨ ਜਿਹੜਾ ਜੀ ਉਹਦਾ ਵਿਰੋਧ ਕਰਦੇ ਆ, ਫਿਰ ਉਹਦਾ ਇਹਦੇ ਉੱਤੇ ਜਿਹੜਾ ਜੀ ਉਹ ਪ੍ਰਤੀਕਰਮ ਕੀ ਹੋਊਗਾ ਇਹ ਦੇਖਣਾ। ਬਿਲਕੁਲ ਜੀ, ਸਹੀ ਗੱਲ ਹੈ, ਅਸਰ ਤੇ ਬਹੁਤ ਵੱਡਾ ਆ। ਤੇ ਅੱਗੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਜੇ ਗੱਲ ਕਰੀਏ, ਇਹ ਵੀ ਬਾਹਰ ਨਿਕਲੇ, ਇਹਨੇ ਵੀ ਪਾਰਟੀਸਪੇਟ ਕੀਤਾ। ਦੇਖੋ ਪਹਿਲਾਂ ਜਿਹੜਾ ਜੀ ਇੱਕ ਦੋਸ਼ ਤਾਂ ਲੱਗਦਾ ਰਿਹਾ ਨੌਜਵਾਨਾਂ ਦੇ ਉੱਤੇ ਔਰ ਕਾਫੀ ਹੱਦ ਤੱਕ ਉਹ ਸਹੀ ਵੀ ਜਿਹੜਾ ਜੀ ਸੀਗਾ ਕਿ ਇਹ ਤਾਂ ਸਿਰਫ ਗਾਇਕਾਂ ਦੇ ਪਿੱਛੇ ਲੜਨ ਵਾਲੇ ਨੇ, ਉਹਨਾਂ ਦੀ ਟਰੋਲ ਆਰਮੀ ਦਾ ਪਾਰਟ ਜਿਹੜਾ ਜੀ ਬਣੇ ਰਹੇ ਇਹ। ਤੇ ਉਹ ਇੱਕ ਕੋਈ ਜਿਹੜੇ ਬੱਬੂ ਮਾਨ ਦੇ ਸਮਰਥਕ ਨੇ ਉਹ ਮੂਸੇ ਵਾਲੇ ਨੂੰ ਗਾਲਾਂ ਕੱਢੀ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹ ਮੂਸੇ ਵਾਲੇ ਦੇ ਜਿਹੜੇ ਸਮਰਥਕ ਆ ਬੱਬੂ ਮਾਨ ਨੂੰ ਗਾਲਾਂ ਕੱਢੀ ਜਾਂਦੇ ਆ। ਇਹੀ ਕੁਝ ਜਿਹੜਾ ਜੀ ਇਹ ਸਿੰਗਰ ਕਰਦੇ ਕਰਾਉਂਦੇ ਰਹੇ ਨੇ। ਪਿਛਲੇ ਦਿਨਾਂ ਤੋਂ ਜਿਹੜਾ ਜੀ ਇਹ ਦਬਾਓ ਚੱਲਦਾ ਰਿਹਾ, ਪਰ ਜਿੱਦਣ ਇਹ ਬੰਦ ਹੋਇਆ 25 ਤਰੀਕ ਵਾਲਾ, ਉਹਨੇ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਇੱਕ ਮੋੜਾ ਦਿੱਤਾ ਪੰਜਾਬ ਦੇ ਇਸ ਸੰਘਰਸ਼ ਨੂੰ। ਔਰ ਇਹਦੇ ਵਿੱਚ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੌਜਵਾਨ ਵਰਗ ਹੈ ਉਹ ਬਾਹਰ ਆ ਗਿਆ। ਕਰੋਨਾ ਦੀ ਵਜ੍ਹਾ ਕਰਕੇ ਕਾਲਜਸ ਤੇ ਯੂਨੀਵਰਸਿਟੀਜ਼ ਬੰਦ ਨੇ। ਜੇ ਕਾਲਜਸ ਤੇ ਯੂਨੀਵਰਸਿਟੀਜ਼ ਜਿਹੜੀਆਂ ਦੀ ਉਹ ਚੱਲਦੀਆਂ ਹੁੰਦੀਆਂ ਤੇ ਸ਼ਾਇਦ
ਇਸ ਸੰਘਰਸ਼ ਦਾ ਇੱਕ ਬਿਲਕੁਲ ਡਿਫਰੈਂਟ ਹੋਰ ਪੱਖ ਜਿਹੜਾ ਜੀ ਉਹ ਵੇਖਣ ਨੂੰ ਮਿਲਦਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਕੱਲ ਜਲੰਧਰ ਦਾ ਜਿਹੜਾ ਇੱਥੇ ਸ਼ਹੀਦ ਦੇਸ਼ ਭਗਤ ਯਾਦਗਾਰ ਹਾਲ ਹੈ, ਉਹਦੇ ਵਿੱਚ ਜਿਹੜਾ ਇਕੱਠ ਜੁੜਿਆ, ਉਹਦੇ ਵਿੱਚ ਮੈਕਸੀਮਮ ਜਿਹੜੇ ਜੀ ਉਹ ਨੌਜਵਾਨ ਮੁੰਡੇ ਕੁੜੀਆਂ ਸਨ, ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ 6 ਮਤੇ ਜਿਹੜੇ ਜੀ ਉਹ ਪਾਸ ਕੀਤੇ। ਔਰ ਇਹਦੇ ਵਿੱਚ ਜਿਹੜਾ ਨੌਜਵਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਿਹੜਾ ਜੀ ਉਹ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜੇ ਇਹ ਜਿਹੜੇ ਨੌਜਵਾਨ ਸੀ, ਉਹਨਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਫਾਸ਼ੀਵਾਦ ਦਾ ਰੁਝਾਨ ਹੈ ਉਹਨੂੰ ਠੱਲ ਪਾਉਣ ਦੇ ਤੇ ਸਹੁੰ ਜਿਹੜੀ ਸੀ ਉਹ ਚੁੱਕੀ ਗਈ। ਨਾ ਸਿਰਫ ਜਲੰਧਰ ਦਾ ਦੇਸ਼ ਭਗਤ ਯਾਦਗਾਰ ਹਾਲ, ਬਲਕਿ ਵੱਖ-ਵੱਖ ਏਰੀਆਜ਼ ਦੇ ਵਿੱਚ, ਚਾਹੇ ਉਹ ਮਾਲਵਾ ਹੈ, ਚਾਹੇ ਦੁਆਬਾ ਤੇ ਚਾਹੇ ਮਾਝਾ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਐਜੀਟੇਸ਼ਨਾਂ ਜਿਹੜੀਆਂ ਜੀ ਉਹ ਖੜੀਆਂ ਕੀਤੀਆਂ ਜਾ ਰਹੀਆਂ ਨੇ। ਇਸ ਵੇਲੇ ਵੈਸੇ ਲੋੜ ਜਿਹੜੀ ਇਸ ਗੱਲ ਦੀ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਜਿਨ੍ਹਾਂ ਦੇ ਸੰਘਰਸ਼ ਦੇ ਵਿੱਚ ਬਹੁਤੇ ਜਿਹੜਾ ਜੀ ਉਹ ਬਜ਼ੁਰਗ ਵੀ ਲੀਡਰ ਨੇ, ਚਾਹੇ ਉਹ ਜਿਹੜੀਆਂ ਇਹ ਰੇਲਵੇ ਟਰੈਕ ਨੇ ਉਹਨਾਂ ਦੇ ਉੱਤੇ ਬੈਠੇ ਹੋਏ ਹੋਣ, ਉਹਨਾਂ ਨੂੰ ਵੀ ਇਹ ਜਿਹੜਾ ਜੀ ਚਾਹੀਦਾ ਇੱਕ ਵੱਡਾ ਸਾਰਾ ਜੇਰਾ ਕਰਕੇ ਇਹਨਾਂ ਨੌਜਵਾਨਾਂ ਨੂੰ ਆਪਣੇ ਨਾਲ ਤੋਰਨ। ਕਿਉਂਕਿ ਇੱਕ ਤਾਂ ਇਹ ਆ ਕਿ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲਦਾ ਰਿਹਾ ਵੀ ਕਿਤੇ ਕੋਈ ਸਿੰਗਰ ਇਕੱਠੇ ਹੋ ਗਏ, ਕਿਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਤਾਂ ਤਾਰਪੀਡੋ ਕਰਨ ਦਾ ਕੋਈ ਯਤਨ ਜਿਹੜਾ ਉਹ ਖਾਲੀ ਨਹੀਂ ਜਾਣ ਦੇਣਗੀਆਂ। ਚਾਹੇ ਕੱਲ ਮੈਂ ਤੁਹਾਨੂੰ ਜ਼ਿਕਰ ਕੀਤਾ ਖਟਕੜ ਕਲਾਂ ਦੇ ਵਿੱਚ ਕਾਂਗਰਸ ਇਕੱਠੀ ਹੋਈ ਹੋਵੇ, ਤੇ ਚਾਹੇ 1 ਤਰੀਕ ਨੂੰ ਟਰੈਕਟਰ ਰੈਲੀ ਦਾ ਸੱਦਾ ਦਿੰਦੇ ਫਿਰਦੇ ਸੁਖਬੀਰ ਸਿੰਘ ਬਾਦਲ ਹੋਣ। ਇਹ ਸਿਆਸੀ ਪਾਰਟੀਆਂ ਜਿਹੜੀਆਂ ਜੀ ਇਹ ਕਿਸੇ ਤਣ ਪੱਤਣ ਕਿਸਾਨਾਂ ਨੂੰ ਨਾ ਇਹਨਾਂ ਨੇ ਲੱਗਣ ਦਿੱਤਾ, ਨਾ ਇਹਨਾਂ ਨੇ ਲੱਗਣ ਦੇਣਾ। ਅੱਜ ਇਹਨਾਂ ਨੌਜਵਾਨਾਂ ਨੂੰ ਜਿਹੜਾ ਵੀ ਉਹ ਸੰਭਾਲਣ ਦੀ ਲੋੜ ਹੈ। ਇਹਨਾਂ ਨੂੰ ਕਿਸਾਨ ਜਥੇਬੰਦੀਆਂ ਆਪਣੇ ਨਾਲ ਤੋਰ ਕੇ ਕੁਝ ਜ਼ਿੰਮੇਵਾਰੀਆਂ ਜਿਹੜੀਆਂ ਦੀ ਉਹ ਨਾਲ ਦੇਣ। ਇੱਕ ਤਾਂ ਜਿਹੜਾ ਸੰਘਰਸ਼ ਆ ਉਹ ਲੜਿਆ ਜਾਵੇ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ, ਕਿਉਂਕਿ ਝੰਡਾ ਇੱਕ ਰੱਖਣਾ ਪਊਗਾ। ਜੇ ਝੰਡੇ ਤੇ ਡੰਡੇ ਵੱਖੋ ਵੱਖਰੇ ਹੋ ਗਏ ਤੇ ਫਿਰ ਕੰਮ ਜਿਹੜਾ ਵੀ ਉਹ ਕੇਂਦਰ ਦੀ ਸਰਕਾਰ ਦਾ ਕਮ ਸੇ ਕਮ ਸੌਖਾ ਜਿਹੜਾ ਉਹ ਹੋ ਜਾਊਗਾ। ਜੇ ਆਪਾਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ, ਜਿਸ ਦਿਨ ਬੰਦ ਸੀਗਾ, ਜਦੋਂ ਬੰਦ ਦਾ ਸੱਦਾ ਦਿੱਤਾ ਹੋਇਆ, ਪਤਾ ਕਿ ਮੁਕੰਮਲ ਬੰਦ ਹੋਣਾ, ਉਹ ਹੋਇਆ ਤਾਂ ਉਹਦੇ ਵਿੱਚ ਝੰਡੇ 'ਚ ਡੰਡਾ ਜਿਹੜਾ ਸੀਗਾ ਜੀ ਉਹ ਚੱਕਾ ਜਾਮ ਵਾਲਾ ਪਾ ਲਿਆ ਨਾ ਅਕਾਲੀ ਦਲ ਬਾਦਲ ਨੇ। ਔਰ ਅਕਾਲੀ ਦਲ ਬਾਦਲ ਉਹ ਦਾਅਵਾ ਕਰਦਾ ਕਿ ਜਿੰਨਾ ਪੰਜਾਬ ਬੰਦ ਹੋਇਆ ਉਹ ਮੇਰੇ ਸੱਦੇ ਦੇ ਉੱਤੇ ਹੋਇਆ। ਤੋ ਹੁਣ ਵੀ 1 ਤਰੀਕ ਨੂੰ ਜਿਵੇਂ ਰੇਲ ਰੋਕੋ ਦਾ ਹੈ ਜਾਂ ਉਹਨੂੰ ਗਾਂਹ ਵਧਾਉਣਾ, ਉਸ ਦਿਨ ਇਹ ਟਰੈਕਟਰ ਰੈਲੀ ਜਿਹੜੀ ਦੀ ਉਹ ਕੱਢ ਕੇ ਬਹਿ ਗਏ। ਇਹ ਚੰਡੀਗੜ੍ਹ ਜਾਣਾ ਟਰੈਕਟਰ ਰੈਲੀ ਲੈ ਕੇ, ਦਿੱਲੀ ਕਿਉਂ ਨਹੀਂ ਜਾਣਾ ਜਿੱਥੇ ਕਿ ਇਹ ਵਿਰੋਧ ਹੋ ਰਿਹਾ। ਉਹਦਾ ਵਿਰੋਧ ਨਹੀਂ ਜਿਹੜਾ ਦੀ ਉਹ ਕਰ ਰਹੇ, ਜਿਹੜਾ ਬੀਜੇਪੀ ਦਾ ਵਿਰੋਧ ਨਹੀਂ ਕਰ ਰਹੇ। ਇਹ ਜਿਹੜੀਆਂ ਸਿਆਸੀ ਪਾਰਟੀਆਂ ਇਹ ਇੱਕ ਦੂਜੇ ਦਾ ਵਿਰੋਧ ਜਿਹੜਾ ਉਹ ਕਰ ਰਹੀਆਂ ਨੇ। ਇਸ ਕਰਕੇ ਇਹਦੇ ਤੋਂ ਬਚਣ ਦੇ ਵਾਸਤੇ ਇਹ ਇੱਕ ਜਿਹੜਾ ਜੀ ਕਾਰਗਰ ਹਥਿਆਰ ਨੌਜਵਾਨਾਂ ਦਾ ਹੋ ਸਕਦਾ, ਪਰ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਜੀ ਉਹ ਤੁਰਨਾ ਪਊਗਾ। ਜੇ ਉਹਨਾਂ ਨੂੰ ਇਗਨੋਰ ਹੁਣ ਵੀ ਜਿਹੜਾ ਜੀ ਉਹ ਕਰਦੇ ਰਹੇ ਤੇ ਫਿਰ ਇਹ ਹੋਊਗਾ ਕਿ ਝੰਡੇ ਤੇ ਡੰਡੇ ਜਿਹੜਾ ਜੀ ਉਹ ਜ਼ਿਆਦਾ ਹੋ ਜਾਣਗੇ। ਵੱਖੋ ਵੱਖਰੇ ਤੌਰ ਦੇ ਉੱਤੇ ਜਦੋਂ ਸੰਘਰਸ਼ ਜਿਹੜਾ ਉਹ ਤੁਰੂਗਾ ਤੇ ਉਹ ਫਾਇਦੇ ਦੀ ਜਗ੍ਹਾ ਵਿੱਚ ਨੁਕਸਾਨ ਜ਼ਿਆਦਾ ਕਰੂ। ਹਾਂਜੀ, ਅੱਗੇ ਐਕਸਪਰਟ ਦੀ ਰਾਏ ਕਿ ਸੂਬਾ ਜਿਹੜਾ ਉਹ ਬਹੁਤ ਕੁਛ ਇਹਨਾਂ ਦੇ ਵਿੱਚ ਕਰ ਨਹੀਂ ਸਕਦਾ ਜੇ ਅੱਗੇ ਵੀ ਜਾਂਦਾ ਹੈ। ਤੇ ਦੇਖੋ ਜਿਹੜੀ ਕੁਛ ਰਾਏ ਦਿੱਤੀ ਜਾ ਰਹੀ ਹੈ, ਸੁਖਬੀਰ ਬਾਦਲ ਹੋਰੀ ਆਪਣੀਆਂ ਉਹ ਬੇਥਵੀਆਂ ਨੇ ਉਹਦੇ ਵਿੱਚ ਮਾਰ ਰਹੇ ਆ ਕਿ ਉਹ ਕਰ ਦਿਓ, ਆਹ ਕਰ ਦਿਓ, ਉਹ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਡਾਇਰੈਕਟ ਕੌਨਫਲਿਕਟ ਹੈ ਉਹ ਪੰਜਾਬ ਦਾ ਹੋਰ ਨੁਕਸਾਨ ਜਿਹੜਾ ਉਹ ਕਰ ਦੂਗਾ। ਕਿਉਂਕਿ ਇਹ ਲੋਕ ਪਹਿਲਾਂ ਨਹੀਂ ਬੋਲੇ, ਜਦੋਂ ਇੱਕ ਇੱਕ ਕਰਕੇ ਹੱਥ ਵੱਢ ਕੇ ਸੂਬੇ ਦੇ ਦਿੱਤੇ ਜਾ ਰਹੇ ਸੀਗੇ ਕੇਂਦਰ ਨੂੰ। ਅੱਜ ਫਾਈਨੈਂਸ ਮਿਨਿਸਟਰ ਉਹੀ ਨੇ ਪੰਜਾਬ ਦੇ, ਮਨਪ੍ਰੀਤ ਸਿੰਘ ਬਾਦਲ ਹੋਰੀ, ਜਿਹੜੇ ਕਿਸੇ ਟਾਈਮ ਝੰਡਾ ਬਰਦਾਰ ਬਣੇ ਹੋਏ ਸੀਗੇ GST ਦੇ। ਇਹ ਕਹਿੰਦੇ ਸੀਗੇ ਕਿ GST ਜਿਹੜੀ ਆ ਉਹਨੇ ਤਾਂ ਇੱਕ ਵੱਖਰੀ ਦੁਨੀਆ ਜਿਹੜੀ ਉਹ ਸਿਰਜ ਦੇਣੀ ਆ। ਹੁਣ ਪਤਾ ਲੱਗਿਆ ਜੀ GST ਇਕੱਠੀ ਕਰਕੇ ਕੇਂਦਰ ਦੇ ਸਰਕਾਰ ਲਈ ਜਾਂਦਾ, ਤੇ ਜੇ ਉਹਨਾਂ ਤੋਂ ਕੋਈ ਪੈਸੇ ਮੰਗ ਰਹੇ ਵਾਪਸ ਤਾਂ ਫਾਈਨੈਂਸ ਮਿਨਿਸਟਰ ਕਹਿੰਦੇ ਐਕਟ ਆਫ ਗੋਡ ਹੈ ਇਹ ਜਿਹੜਾ ਆ ਗਿਆ। ਔਰ ਹੁਣ ਤੁਸੀਂ ਉਹਦੇ ਤੋਂ ਕੁਛ ਵੀ ਨਹੀਂ ਜਿਹੜਾ ਵੀ ਉਹ ਕਰ ਸਕਦੇ। ਇੱਕ ਇੱਕ ਕਰਕੇ ਇਹ ਹੱਥ ਵੱਢ ਕੇ ਦਿੰਦੇ ਰਹੇ। ਤਾਂ ਮੈਂ ਬਾਰ-ਬਾਰ ਜਿਹੜਾ ਜੀ ਕਹਿ ਰਿਹਾ ਕਿ ਸਿਆਸੀ ਪਾਰਟੀਆਂ ਦੇ ਉੱਤੇ ਯਕੀਨ ਕਰਨਾ ਇਸ ਮੌਕੇ ਦੇ ਉੱਤੇ ਬਹੁਤ ਖਤਰਨਾਕ ਹੋਊਗਾ। ਇਹ ਲੋਕ ਉਦੋਂ ਨਹੀਂ ਬੋਲੇ
ਜਦੋਂ ਸੰਘੀ ਢਾਂਚਾ ਜਿਹੜਾ ਜੀ ਉਹਦੀ ਸੰਘੀ ਘੁੱਟੀ ਜਾ ਰਹੀ ਸੀ। ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਖੇਤੀ ਉਪਜ ਮੰਡੀ ਆ ਕਮੇਟੀ ਕਾਨੂੰਨ APMC ਦੇ ਵਿੱਚ ਸੋਧ ਕਰਕੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਰਾਜਸਥਾਨ ਦੀ ਤਰਜ਼ ਦੇ ਉੱਤੇ ਵੇਅਰ ਹਾਊਸਾਂ ਨੂੰ ਮੰਡੀ ਖੇਤਰ ਐਲਾਨ ਦੇਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਕੋਈ ਠੋਸ ਹੱਲ ਸਾਹਮਣੇ ਨਹੀਂ ਆ ਰਿਹਾ। ਇਹ ਐਕਸਪਰਟ ਜਿਹੜੇ ਉਹ ਵੀ ਹੁਣ ਕਹਿਣ ਲੱਗੇ ਆ ਔਰ ਇਹ ਕਹਿ ਰਿਹਾ ਕਿ ਇਹਦੇ ਵਿੱਚ ਕੋਈ ਬਹੁਤੀ ਵੱਡੀ ਸੰਭਾਵਨਾ ਨਹੀਂ ਦਿਸਦੀ। ਕਿਸਾਨ ਜਥੇਬੰਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕੇਂਦਰੀ ਕਾਨੂੰਨ ਲਾਗੂ ਨਾ ਕਰਨ ਦਾ ਮਤਾ ਪਾਉਣ ਦਾ ਦਬਾਅ ਬਣਾਉਣਾ। ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਇਹੀ ਜਿਹੜਾ ਜੀ ਉਹ ਦਬਾਅ ਪਾਇਆ ਜਾਊਗਾ। ਇਹ ਮਤਾ ਜਿਹੜਾ ਜੀ ਉਹ ਪੈ ਵੀ ਜਾਊਗਾ ਪਰ ਇਹ ਬਹੁਤ ਵੱਡਾ ਕਾਰਗਰ ਜਿਹੜਾ ਜੀ ਉਹ ਸਾਬਤ ਹੋਊਗਾ। ਇਹਦੇ ਉੱਤੇ ਜਿਹੜੇ ਐਕਸਪਰਟ ਨੇ ਉਹਨਾਂ ਦੀ ਵੱਖੋ ਵੱਖਰੀ ਰਾਏ ਹੈ। ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ JS ਤੂਰ ਉਹ ਇਹ ਕਹਿੰਦੇ ਆ ਕਿ ਸੂਬਾ ਸਰਕਾਰ ਇਸ ਮੁੱਦੇ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ ਕੁਝ ਨਹੀਂ ਕਰ ਸਕੂਗੀ। ਕੇਂਦਰ ਸਰਕਾਰ ਦੇ ਮੰਡੀਕਰਨ ਵਾਲੇ ਜਿਹੜੇ ਕਾਨੂੰਨ ਦੇ ਵਿੱਚ ਕਿਸਾਨਾਂ ਦੇ ਖੇਤਾਂ ਨੂੰ ਜਿਹੜੇ ਲੱਗਦੇ ਰਾਹ ਨੇ, ਫਾਰਮ ਗੇਟ ਨੇ, ਵੇਅਰ ਹਾਊਸ ਨੇ, ਕੋਲਡ ਸਟੋਰੇਜ ਨੇ, ਫੈਕਟਰੀ ਏਰੀਆ ਨੂੰ ਮੰਡੀ ਖੇਤਰ ਜਿਹੜਾ ਐਲਾਨਿਆ ਜਾ ਚੁੱਕਿਆ। ਇਹਦੇ ਵਿੱਚ ਖੇਤੀ ਉਪਜ ਮੰਡੀ ਕਮੇਟੀ ਕਾਨੂੰਨ APMC ਦੇ ਤਹਿਤ ਐਲਾਨੇ ਪ੍ਰਿੰਸੀਪਲ ਯਾਰਡ, ਸਬ ਯਾਰਡ ਜਾਂ ਨੋਟੀਫਾਈਡ ਖੇਤਰ ਜਿਹੜੇ ਉਹ ਪਹਿਲਾਂ ਹੀ ਕੱਢੇ ਹੋਏ ਆ। ਇਹਨੂੰ ਮੰਡੀ ਐਲਾਨਣ ਦੇ ਨਾਲ ਸੂਬਾ ਸਰਕਾਰ ਤੇ ਕੇਂਦਰ ਦੇ ਵਿੱਚ ਵਿਵਾਦ ਜਿਹੜਾ ਵੀ ਉਹ ਵਧੂਗਾ। ਉਹ ਇਹ ਕਹਿੰਦੇ ਆ ਕਿ ਸੰਵਿਧਾਨਕ ਪੱਖ ਤੋਂ ਵਿਵਾਦ ਵੇਲੇ ਕੇਂਦਰ ਦੀ ਮੰਨੀ ਜਾਂਦੀ ਹੈ ਪਰ ਜੇ ਸੂਬਾ ਸਰਕਾਰ ਆਪਣੇ ਬਿੱਲ ਦੇ ਉੱਤੇ ਰਾਸ਼ਟਰਪਤੀ ਦੀ ਮੋਹਰ ਲਾਉਣ ਦੇ ਵਿੱਚ ਕਾਮਯਾਬ ਹੋ ਜਾਵੇ ਤਾਂ ਸੂਬਾ ਸਰਕਾਰ ਦਾ ਕਾਨੂੰਨ ਮੰਨਿਆ ਜਾਂਦਾ। ਪਰ ਇਹ ਸਭ ਨੂੰ ਪਤਾ ਹੈ ਕਿ ਅਜਿਹਾ ਹੋਊਗਾ ਨਹੀਂ। ਰਾਸ਼ਟਰਪਤੀ ਕਿਹਨਾਂ ਦਾ ਉਹ ਸਭ ਨੂੰ ਪਤਾ, ਉਹ ਰਬੜ ਸਟੈਂਪ ਨੇ। ਉੱਥੇ ਨਹੀਂ ਜਿਹੜਾ ਜੀ ਇਹ ਪੋਸੀਬਲ ਹੋ ਸਕਣਾ ਕਿ ਅਜਿਹਾ ਕਾਨੂੰਨ ਬਣਾ ਕੇ। ਇਹ ਠੀਕ ਉਸ ਤਰੀਕੇ ਦਾ ਹੈ ਜਿਹੋ ਜਿਹਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 2002 ਤੋਂ ਲੈ ਕੇ 7 ਵਾਲੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਪਾਣੀ ਦੇ ਆਰਡੀਨੈਂਸ ਜਿਹੜੇ ਦੀ ਉਹ ਰੱਦ ਕੀਤੇ ਗਏ ਸੀ। ਅੱਛਾ, ਉਹ ਰਾਸ਼ਟਰਪਤੀ ਦੇ ਕੋਲੇ ਭੇਜਿਆ। ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੀ ਉਹਦੇ ਵਿੱਚ ਰਾਏ ਮੰਗੀ ਕਿ ਮੈਨੂੰ ਇਹਦੇ ਉੱਤੇ ਰਾਏ ਦਿਓ, ਮੈਂ ਇਹਦੇ ਤੇ ਕੀ ਕਰਾਂ। ਉਹੀ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅੱਜ ਤੱਕ ਜਿਹੜਾ ਉਹ ਲਮਕ ਰਿਹਾ। ਇਸ ਮਸਲੇ ਦੇ ਉੱਤੇ ਕਿਵੇਂ ਜਿਹੜਾ ਜੀ ਉਹ ਰਾਸ਼ਟਰਪਤੀ ਸਾਈਨ ਕਰ ਦੂ। ਪ੍ਰਸਿੱਧ ਅਰਥ ਸ਼ਾਸਤਰੀ ਨੇ ਜੀ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਉਹ ਇਹ ਗੱਲ ਕਹਿੰਦੇ ਆ ਕਿ ਇਹਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ ਕਿਉਂਕਿ ਕੇਂਦਰ ਸਰਕਾਰ ਇੰਨੀ ਸ਼ਕਤੀਸ਼ਾਲੀ ਹੋ ਚੁੱਕੀ ਆ ਕਿ ਉਹਦੇ ਕੋਲੇ ਰਾਜਾਂ ਦੀ ਬਾਂਹ ਮਰੋੜਨ ਦੇ ਵਾਸਤੇ ਹੋਰ ਬੜੇ ਸਾਰੇ ਢੰਗ ਨੇ। ਸੁੱਚਾ ਸਿੰਘ ਗਿੱਲ ਇਹ ਵੀ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਦੇ ਉੱਤੇ ਸਖਤੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਪੰਜਾਬ ਸਰਕਾਰ ਦੇ ਆਪਣੇ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਕਾਨੂੰਨੀ ਪੱਖ ਤੋਂ ਸਿਰਫ ਕੇਂਦਰ ਰਾਜ ਸੰਬੰਧਾਂ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਜਾਇਆ ਜਾ ਸਕਦਾ ਕਿਉਂਕਿ ਖੇਤੀ ਸੂਬਿਆਂ ਦਾ ਵਿਸ਼ਾ ਤੇ ਰਾਜਾਂ ਦੇ ਅੰਦਰ ਦੀ ਮੰਡੀ ਵੀ ਸੂਬਿਆਂ ਦੇ ਅਧਿਕਾਰ ਖੇਤਰ ਦਾ ਵਿਸ਼ਾ ਔਰ ਅਸਲ ਦੇ ਵਿੱਚ ਅੰਦੋਲਨ ਦਾ ਦਬਾਅ ਤੇ ਸਿਆਸੀ ਤੌਰ ਦੇ ਉੱਤੇ ਕੇਂਦਰ ਤੇ ਪੈਣ ਵਾਲਾ ਪ੍ਰਭਾਵ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਵਿੱਚ, ਸੋਧ ਕਰਵਾਉਣ ਦੇ ਵਿੱਚ ਕਾਮਯਾਬ ਹੋ ਸਕਦਾ। ਸੁੱਚਾ ਸਿੰਘ ਗਿੱਲ ਹੋਰੀ ਵਨ ਆਫ ਜਿਹੜੇ ਜੀ ਉਹ ਐਕਸਪਰਟ ਲੋਕਾਂ ਦੇ ਵਿੱਚੋਂ ਆਉਂਦੇ ਨੇ। ਉਹਨਾਂ ਦੀ ਰਾਏ ਬਹੁਤ ਉਹਦੇ ਮਾਇਨੇ ਰੱਖੇ ਜਾਂਦੇ ਆ। ਜਿਹੜੀ ਗੱਲ ਉਹ ਇਹ ਕਹਿ ਰਿਹਾ ਨਾ ਕਿ ਖੇਤੀ ਸੂਬਿਆਂ ਦਾ ਵਿਸ਼ਾ ਤੇ ਰਾਜਾਂ ਦੇ ਅੰਦਰ ਦੀ ਮੰਡੀ ਵੀ ਸੂਬਿਆਂ ਦੇ ਅਧਿਕਾਰ ਖੇਤਰ ਦਾ ਵਿਸ਼ਾ। ਜੇ ਸੂਬੇ ਦੀ ਗੱਲ ਆ ਤਾਂ ਜਿਹੜੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਜਿਹੜੀ ਉਹ ਪਹਿਲਾਂ ਦਿੱਤੀ ਆ ਜਿਹੜੀ ਪੰਚਾਇਤਾਂ ਦੀ ਤੇ ਗ੍ਰਾਮ ਸਭਾ ਵਾਲੀ ਉਹ ਇਹਦੇ ਵਿੱਚ ਜਿਹੜਾ ਦੀ ਆ ਜਾਂਦੀ ਕਿਉਂਕਿ ਪੰਚਾਇਤਾਂ ਤੇ ਗ੍ਰਾਮ ਸਭਾ ਉਹ ਲੋਕਤੰਤਰ ਦੀ ਸ਼ੁਰੂਆਤ ਨੇ ਜੇ ਸੂਬਿਆਂ ਦੇ ਜਿਹੜਾ ਜੀ ਉਹ ਅੰਦਰ ਆਉਂਦੇ ਨੇ। ਇਸ ਕਰਕੇ ਉਹ ਇਹ ਨਹੀਂ ਆ ਕਿ ਉਹਦੇ ਨਾਲ ਸਾਰਾ ਕੁਝ ਹੱਲ ਹੋ ਜਾਣਾ ਮਸਲਾ, ਇਹ ਨਹੀਂ ਆ ਉਹਦਾ ਮਤਲਬ। ਪਰ ਤੁਹਾਨੂੰ ਇੱਕ ਗਰਾਊਂਡ ਜਿਹੜੀ ਜੇ ਸੁਪਰੀਮ ਕੋਰਟ ਦੇ ਵਿੱਚ ਜਾਣਾ ਉਹਦੀ ਤਿਆਰ ਜਿਹੜੀ ਉਹ ਗਰਾਊਂਡ ਕਰਨੀ ਪਊਗੀ। ਇਹ ਕਿਹਾ ਜਾ ਰਿਹਾ ਕਿ ਵੈਸੇ ਤਾਂ ਸੋਨੀਆ ਗਾਂਧੀ ਨੇ ਵੀ ਐਲਾਨ ਕਰਤਾ ਕਿ ਜਿੰਨੇ ਕਾਂਗਰਸ ਸ਼ਾਸਿਤ ਪ੍ਰਦੇਸ਼ ਨੇ ਉਹ ਇਹਨਾਂ ਖੇਤੀ ਕਾਨੂੰਨਾਂ ਨੂੰ ਵਿਧਾਨ ਸਭਾਵਾਂ ਦੇ ਵਿੱਚ ਰੱਦ ਕਰਨ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਇਹ ਕਿਸਾਨ ਜਥੇਬੰਦੀਆਂ ਵਾਲੇ ਨੇ ਉਹ ਮਹਾਰਾਸ਼ਟਰ ਦੇ ਉद्धਵ ਠਾਕਰੇ ਸਰਕਾਰ, ਤ੍ਰਿਣਮੂਲ ਦੀ ਕਾਂਗਰਸ ਸਮਾਜਵਾਦੀ ਪਾਰਟੀ ਦੀ ਸਰਕਾਰ ਜਿਹੜੀ ਦੀ ਪੱਛਮੀ ਬੰਗਾਲ ਵਾਲੀ, ਰਾਸ਼ਟਰੀ ਜਨਤਾ ਦਲ DMK ਸਣੇ ਸਰਕਾਰਾਂ ਦੇ ਕੋਲੇ ਜਿਹੜਾ ਦੀ ਉਹ ਪਹੁੰਚ ਕਰਕੇ ਇਹਨਾਂ ਤੋਂ ਇਹ ਖੇਤੀ ਕਾਨੂੰਨ ਜਿਹੜੇ ਜੀ ਉੱਥੋਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਰੱਦ ਕਰਵਾਉਣ ਦੇ ਯਤਨ ਕਰਨਗੇ। ਜੇ ਸੂਬੇ ਜਿਹੜੇ ਗੈਰ ਭਾਜਪਾਈ ਰਾਜ ਨੇ ਉਹ ਮਿਲਦੇ ਨੇ ਤੇ ਬਿਨਾਂ ਕਿਸੇ ਸ਼ੱਕ ਦੇ ਮਿਲ ਕੇ ਜੇ ਕਿਤੇ ਇਹ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਦੇ ਆ ਫਿਰ ਉਹ ਇੱਕ ਸੋਲਿਡ ਕੇਸ ਜਿਹੜਾ ਉਹ ਬਣ ਸਕਦਾ।
ਹਾਂ, ਗੱਲ ਇਹ ਆ ਕਿ ਜੇ ਇਕੱਠੇ ਹੋਣਗੇ ਤੇ ਸਭ ਕੁਝ ਹੋ ਸਕਦਾ ਹੈ। ਤੇ ਅੱਗੇ ਗੱਲ ਕਰਦੇ ਹਾਂ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜ਼ੋਰਦਾਰ ਮੁਜ਼ਾਹਰੇ ਤਾਂ ਹੋ ਰਹੇ ਆ, ਪਰ ਮੀਡੀਆ ਹੈ ਜਿਹੜਾ ਇੰਡੀਆ ਦਾ, ਉਸ ਨੂੰ ਕੋਈ ਵੇਲ ਹੀ ਨਹੀਂ ਗੀ ਵੀ ਇਸ ਨੂੰ ਵੀ ਦਿਖਾਵੇ। ਨਹੀਂ, ਉਹ ਜਾਣਬੁੱਝ ਕੇ ਜਿਹੜਾ ਜੀ ਉਹ ਨਹੀਂ ਦਿਖਾ ਰਿਹਾ, ਕਿਉਂਕਿ ਉਹਨੂੰ ਜਿਸ ਪਾਸੇ ਵੱਲ ਲਾਇਆ ਹੋਇਆ ਉਹ ਉਧਰ ਆਪਣੀ ਜਿਹੜੀ ਵੀ ਉਹ ਡਫਲੀ ਵੱਖਰੀ ਵਜਾ ਰਿਹਾ ਕਿ ਜਿਹੜਾ ਓਰੀਆ ਚੱਕਰਵਰਤੀ ਵਾਲਾ ਜਿਹੜਾ ਵੀ ਉਹ ਕੇਸ ਤੇ ਡਰੱਗ ਮਾਮਲੇ ਦੇ ਵਿੱਚ ਅੱਜ ਕਿਹਦੇ ਤੋਂ ਪੁੱਛਗਿੱਛ ਜਿਹੜੀ ਹੋਊਗੀ, ਕੌਣ ਕਿੱਥੋਂ ਤੁਰ ਪਿਆ, ਉਹਦੀ ਕਾਰ ਕਿੱਥੋਂ ਤੱਕ ਪਹੁੰਚ ਗਈ ਤੇ ਕਿਵੇਂ ਉਹਦਾ ਪਿੱਛਾ ਜਿਹੜਾ ਕੀਤਾ ਜਾ ਰਿਹਾ, ਉਹ ਉਧਰ ਵਿਖਾਉਣ ਦੇ ਵਿੱਚ ਜਿਹੜਾ ਵੀ ਉਹ ਲੱਗਿਆ ਹੋਇਆ। ਤੇ ਉਹਦੀ ਡਿਊਟੀ ਐਕਚੁਅਲੀ ਜਿਹੜੀ ਇਹਦੀ ਇਹੀ ਲੱਗੀ ਹੋਈ ਆ। ਉਹ ਕਿਉਂ ਦਿਖਾਊਗਾ? ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੜੇ ਸਾਰੇ ਸਵਾਲ ਜਿਹੜੇ ਵੀ ਉਹ ਹੈਗੇ ਨੇ ਕਿ ਕੀ ਪੰਜਾਬ ਤੋਂ ਬਾਹਰ ਕਿਤੇ ਰੋਸ ਮੁਜ਼ਾਹਰੇ ਜਿਹੜੇ ਆ ਜੀ ਉਹ ਹੋ ਰਹੇ ਆ? ਤੇ ਬਹੁਤ ਸਾਰੇ ਲੋਕ ਜਿਹੜੇ ਜੀ ਉਹ ਸਵਾਲ ਕਰਦੇ ਆ। ਬਿਲਕੁਲ ਹੋ ਰਹੇ ਆ ਜੀ, ਔਰ ਬਹੁਤ ਵੱਡੇ ਹੋ ਰਹੇ ਆ। ਹਰਿਆਣੇ ਦੇ ਵਿੱਚ ਐਜੀਟੇਸ਼ਨ ਜਿਹੜੀ ਆ ਉਹ ਸਿਖਰ ਦੇ ਉੱਤੇ ਚੱਲ ਰਹੀ ਹੈ ਜੀ, ਜਿਹੜੀ ਜਾਟਾਂ ਦੀ। ਔਰ ਉੱਥੇ ਜਿਹੜੀ ਸਰਕਾਰ ਹੈ, ਖੱਟੜ ਸਰਕਾਰ ਹੈ, ਉਹਦੇ ਉੱਤੇ ਜਿਹੜੀ ਤਲਵਾਰ ਹੈ ਉਹ ਜਾਟਾਂ ਦੀ ਲਮਕ ਰਹੀ ਹੈ। 10 ਉਹਦੇ MLA ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜਾਟਾਂ ਦੇ ਵਿੱਚੋਂ ਆਉਂਦੇ ਆ, ਉਹਨਾਂ ਦੇ ਪਿੰਡਾਂ ਦੇ ਉੱਤੇ ਔਰ ਖਾਸ ਪੰਚਾਇਤਾਂ ਦਾ ਉਹਨਾਂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈ। ਜਨ ਨਾਇਕ ਜਨਤਾ ਪਾਰਟੀ ਜਿਹੜੀ ਭਾਈਵਾਲ ਹੈ ਉਹਦੇ ਉੱਤੇ ਇੱਕ ਵੱਡਾ ਪ੍ਰੈਸ਼ਰ ਇਸ ਵੇਲੇ ਜਿਹੜਾ ਉਹ ਬਣਿਆ ਹੋਇਆ ਇਹਨਾਂ ਜਾਟਾਂ ਦਾ, ਕਿਉਂਕਿ ਉਹ ਨਰੋਲ ਜਾਟਾਂ ਦੀਆਂ ਵੋਟਾਂ ਲੈ ਕੇ ਜਿਹੜਾ ਵੀ ਉਹ ਸਾਹਮਣੇ ਆਈ ਨਵੀਂ ਪਾਰਟੀ ਆ, ਉਹ ਭੱਜ ਨਹੀਂ ਜਿਹੜਾ ਜੀ ਉਹ ਸਕੂਗੀ ਇਹਨਾਂ ਚੀਜ਼ਾਂ ਤੋਂ। ਜਿੱਥੋਂ ਤੱਕ ਦੂਜੇ ਸੂਬਿਆਂ ਦਾ ਸਵਾਲ ਹੈ, ਉਹਦੇ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ, ਤੇਲੰਗਾਨਾ ਦੇ ਵਿੱਚ ਜਿਹੜਾ ਵੀ ਬਹੁਤ ਵੱਡੇ ਰੋਸ ਮੁਜ਼ਾਹਰੇ ਹੋਏ ਆ। ਕਰਨਾਟਕਾ ਦੇ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਬਹੁਤ ਵੱਡਾ ਰੋਸ ਮੁਜ਼ਾਹਰਾ ਜਿਹੜਾ ਵੀ ਉਹ ਕੀਤਾ। ਦਿੱਲੀ ਦੇ ਵਿੱਚ ਕਾਂਗਰਸ ਆਗੂਆਂ ਤੇ ਜਿਹੜੇ ਵਰਕਰ ਨੇ ਉਹਨਾਂ ਨੇ ਵੱਡਾ ਪ੍ਰਦਰਸ਼ਨ ਕੱਲ੍ਹ ਜਿਹੜਾ ਵੀ ਉਹ ਕੀਤਾ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਲਖਨਊ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ, ਜਿੱਥੇ ਕਿ ਕਈ ਕਿਸਾਨ ਆਗੂ ਜਿਹੜੇ ਵੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਜਿਹੜਾ ਉਹ ਲਿਆ ਗਿਆ। ਗੁਜਰਾਤ ਦੇ ਵਿੱਚ ਜਿਹੜੇ ਨੇ ਉੱਥੇ ਵੀ ਕਈ ਵਰਕਰਾਂ ਨੂੰ ਜਿਹੜਾ ਵੀ ਲਿਆ ਗਿਆ ਗਾਂਧੀ ਨਗਰ ਦੇ ਵਿੱਚ, ਕਿਉਂਕਿ ਇਹ ਵੱਡਾ ਇੱਕ ਰੋਸ ਮੁਜ਼ਾਹਰਾ ਨੂੰ ਉਹਦੀ ਅਗਵਾਈ ਜਿਹੜੀ ਉਹ ਕਰ ਰਹੇ ਸਨ। ਜਿਹੜੀ ਪੁਲਿਸ ਹੈ ਉਹਨੇ ਉੱਥੋਂ ਦੇ ਇੱਕ ਵਿਧਾਇਕ ਨੇ ਪ੍ਰੇਸ਼ ਤਨਾਨੀ, ਬਲਦੇਵ ਜੀ ਠਾਕਰ, ਇਹਨਾਂ ਨੂੰ ਜਿਹੜਾ ਵੀ ਉਹ ਹਿਰਾਸਤ ਦੇ ਵਿੱਚ ਲਿਆ। ਤੇਲੰਗਾਨਾ ਦੇ ਵਿੱਚ ਵੱਡਾ ਰੋਸ ਮੁਜ਼ਾਹਰਾ ਜਿਹੜਾ ਵੀ ਉਹ ਕਿਸਾਨਾਂ ਨੇ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਕੀਤਾ। ਔਰ ਕਰਨਾਟਕ ਦਾ ਬਹੁਤ ਵੱਡਾ ਕੱਲ ਜਿਹੜਾ ਵੀ ਉਹ ਰੋਸ ਮੁਜ਼ਾਹਰਾ ਸੀਗਾ। ਕਰਨਾਟਕ ਦੇ ਵਿੱਚ ਕਿਸਾਨ ਪੱਖੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਬੰਦ ਦਾ ਸੱਦਾ ਜਿਹੜਾ ਵੀ ਉਹ ਦਿੱਤਾ ਸੀਗਾ, ਔਰ ਬੰਦ ਨੂੰ ਭਰਵਾਂ ਹੁੰਗਾਰਾ ਕਰਨਾਟਕਾ ਦੇ ਵਿੱਚ ਜਿਹੜਾ ਵੀ ਉਹ ਮਿਲਿਆ। ਇਹ ਨਹੀਂ ਗਾ ਕਿ ਜਿਹੜੇ ਇਹ ਮੁਜ਼ਾਹਰੇ ਨੇ ਇਹ ਸਿਰਫ ਪੰਜਾਬ ਤੱਕ ਜਿਹੜਾ ਵੀ ਉਹ ਸੀਮਤ ਨੇ। ਹਾਂ, ਇੰਨਾ ਹੈ ਕਿ ਜਿਹੜੇ ਇਹ ਕਵਰੇਜ ਕਰਨ ਵਾਲੇ ਨੇ ਉਹ ਇਸ ਤਰੀਕੇ ਦਾ ਜਿਹੜਾ ਵੀ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸ਼ਾਇਦ ਇਹ ਸਿਰਫ ਪੰਜਾਬ ਦੇ ਵਿੱਚ ਹੀ ਐਜੀਟੇਸ਼ਨ ਜਿਹੜੀ ਹੈ ਜੀ ਉਹ ਚੱਲ ਰਹੀ ਆ। ਅਜਿਹਾ ਨਹੀਂ ਗਾ ਜੀ, ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਵੀ ਉਹ ਡੇ ਬਾਈ ਡੇ ਹੋਰ ਪ੍ਰਚੰਡ ਹੋ ਰਿਹਾ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਤਰ੍ਹਾਂ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।